NRI लोगों च पंजाब की धरती बारे बड़ी चिंता है। शायद देश की आज़ादी की चिंता भी विदेशों वसते पंजाबियों को हुई सी। गदर पार्टी का जन्म अमेरिका की धरती पर होया सी। ਤੇ ਜਿਹੜਾ ਪੇਸ਼ਕਾਰੀ ਹੋ ਰਹੀ ਆ ਕਿ ਪੰਜਾਬ ਗਰਕ ਗਿਆ, ਪੰਜਾਬ 'ਚ ਬਹੁਤ ਗੈਂਗਸਟਰ ਆ ਗਏ, ਇਹਦੇ ਪਿੱਛੇ ਤੁਹਾਨੂੰ ਕੋਈ ਸਿਆਸੀ ਮਨਸ਼ਾ ਵੀ ਨਜ਼ਰ ਆਉਂਦੀ ਹੈ ਕਿਤੇ? ਜੇ ਮੇਰੀ ਇਹ ਇੱਛਾ ਹੈ ਵੀ ਆਹ ਗੈਂਗ ਤੁਹਾਡੇ ਨਾਲ ਹੈ, ਆਹ ਗੈਂਗ ਮੇਰੇ ਨਾਲ ਆ, ਗੈਂਗਾਂ ਦੇ ਸਹਾਰੇ ਮੈਂ ਚੋਣਾਂ ਜਿੱਤਣੀਆਂ, ਤਾਂ ਫਿਰ ਕੋ ਕਵੇ ਜੀ ਮੈਂ ਪੰਜਾਬ 'ਚੋਂ ਗੁੰਡਾਗਰਦੀ ਰਾਜ ਖਤਮ ਕਰ ਦੇਣਾ, ਕਿਵੇਂ ਸੰਭਵ ਹੈ? ਜੇ ਪੰਜਾਬ 'ਚੋਂ ਤੁਸੀਂ ਪ੍ਰਾਈਵੇਟ ਵਿੱਦਿਆ ਯੂਨੀਵਰਸਿਟੀਆਂ ਵਾਲਿਆਂ ਤੋਂ ਕਰੋੜਾਂ ਰੁਪਏ ਲੈ ਕੇ ਉਹਨਾਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਇਜਾਜ਼ਤ ਦੇਣੀ ਆ, ਵਿਦਿਆਰਥੀਆਂ ਤੋਂ ਵੱਧ ਫੀਸਾਂ ਲੈਣ ਦੀ, ਤੇ ਤੁਸੀਂ ਫਿਰ ਵਿੱਦਿਆ ਦੇ ਬਾਰੇ ਸਰਕਾਰੀ ਵਿੱਦਿਆ ਨੂੰ ਕਿਵੇਂ ਪ੍ਰਫੁੱਲਿਤ ਕਰਨ ਦਾ ਯਤਨ ਕਰੋ? ਜਿਹੜੀ ਪਾਰਟੀ ਜਾਂ ਜਿਹੜਾ ਕੋਈ ਰਾਜਸੀ ਆਦਮੀ ਇਹ ਕਹਿੰਦਾ ਵੀ ਮੇਰੀ ਰਾਜਨੀਤੀ ਕੋਈ ਨਹੀਂ, ਮੈਂ ਸਮਝਦਾ ਕਿ ਉਦੋਂ ਵੱਡਾ ਝੂਠਾ ਬੰਦਾ ਹੋਰ ਕੋਈ ਨਹੀਂ ਹੋ ਸਕਦਾ। ਜਿਹੜਾ ਕਹਿੰਦਾ ਮੇਰੀ ਰਾਜਨੀਤੀ ਕੋਈ ਨਹੀਂ, ਅਸਲ 'ਚ ਇਹ ਵੀ ਰਾਜਨੀਤੀ ਹੈ। ਪੰਜ ਪਾਣੀਆਂ ਦੇ ਨਾਂ ਤੇ ਵਸਿਆ ਪੰਜਾਬ ਅੱਜ ਫੇਰ ਉੱਜੜਦਾ ਦਿਸ ਰਿਹਾ ਸਾਨੂੰ। ਪਾਣੀਆਂ ਦੇ ਵਸਣ ਦਾ ਪੰਜਾਬ ਅੱਜ ਪਾਣੀਆਂ ਤੋਂ ਵੀ ਵਿਰਵਾ ਹੋ ਰਿਹਾ। ਤੇ ਇੰਨਾ ਚੇਤਨ ਸਾਡਾ ਸਮਾਜ ਹੋਣ ਦੇ ਬਾਵਜੂਦ ਸਭ ਤੋਂ ਵੱਧ ਕਸ਼ਟ 'ਚ ਪੰਜਾਬ ਹੀ ਕਿਉਂ ਰਹਿੰਦਾ? ਇਹ ਰੰਗ ਕੀ ਰੌਸ਼ਨੀ ਹਾਏ ਪਰ ਕਰਦਾਰ ਤੇ ਗੱਲਬਾਤ ਵਿਚਲਾ ਫਾਸਲਾ, ਜਿਸ ਤਰ੍ਹਾਂ ਹੈ ਦਿਨ ਰਾਤ ਵਿਚਲਾ ਫਾਸਲਾ। ਜੀ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਪ੍ਰੋਗਰਾਮ ਅੱਜ ਬੜੀ ਦੇਰ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਤਹਿਤ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਮੇਰੇ ਨਾਲ ਬੈਠੇ ਨੇ ਜੀ, ਤੁਸੀਂ ਇੱਕ ਮਹਾਨ ਸ਼ਖਸੀਅਤ, ਵੱਡੀ ਸ਼ਖਸੀਅਤ, ਪੰਜਾਬ ਦੀ ਕਮਿਊਨਿਸਟ ਲਹਿਰ ਦੀ ਇੱਕ ਵੱਡਾ ਨਾਂ, ਤੁਸੀਂ ਉਹਨਾਂ ਦੇ ਭਲੀ ਭਾਂਤ ਜਾਣੂ ਜੇ, ਮੰਗਤ ਰਾਮ ਪਾਸਲਾ ਜੀ, ਜਿਹੜੇ ਕਿ RMPI ਪਾਰਟੀ ਦੇ ਇਸ ਵੇਲੇ ਜਿਹੜੇ ਨੇ ਕਰਤਾ ਧਰਤਾ ਕਹਿ ਲਓ ਜਾਂ ਉਹਨੇ ਜਨਰਲ ਸਕੱਤਰ ਨੇ। ਲੰਬਾ ਸਮਾਂ ਕਮਿਊਨਿਸਟ ਪਾਰਟੀਆਂ ਨਾਲ ਜੁੜੇ ਰਹੇ, ਸਟੂਡੈਂਟ ਲਹਿਰ ਤੋਂ ਲੱਗ ਕੇ ਇੱਕ ਵਧੀਆ ਵਿਦਿਆਰਥੀ, ਫਿਰ ਇੱਕ ਅੱਛੇ ਕਲਾਕਾਰ ਦੇ ਤੌਰ 'ਤੇ ਵੀ ਇਹਨਾਂ ਨੂੰ ਜਾਣਿਆ ਜਾਂਦਾ, ਔਰ ਬੜਾ ਇਹਨਾਂ ਦਾ ਲੰਬਾ ਜਿਹੜਾ ਸਫ਼ਰ ਹੈ, ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਇੱਕ ਪੰਜਾਬ ਦੇ ਮੌਜੂਦਾ ਦੌਰ ਦੇ ਵਿੱਚ ਜਿਹੜੇ ਹਾਲਾਤ ਚੱਲ ਰਹੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਮੈਂ ਸਭ ਤੋਂ ਪਹਿਲਾਂ ਪਾਸਲਾ ਜੀ ਤੁਹਾਡਾ ਸਵਾਗਤ ਕਰਦਾ ਜੀ। ਟੀਵੀ ਪੰਜਾਬੀ ਦੁਨੀਆ ਦਾ ਮੈਂ ਪ੍ਰਬੰਧਕਾਂ ਦਾ ਔਰ ਸਾਰੇ ਸਰੋਤਿਆਂ ਦਾ ਬਹੁਤ ਰਿਣੀ ਹੈ, ਜਿਹੜਿਆਂ ਨੇ ਮੈਨੂੰ ਆਪਣੇ ਸਾਹਮਣੇ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਹੈ। ਮੈਂ ਬਹੁਤ ਧੰਨਵਾਦ ਹੈ ਸਭ ਨੂੰ। ਨਮਸਕਾਰ ਮੇਰੇ ਵੱਲੋਂ ਜੀ। ਪਾਸਲਾ ਸਾਹਿਬ, ਸਾਡਾ NRI ਜਿੰਨੇ ਇੱਥੇ ਬੈਠੇ ਆ, ਸਾਡਾ ਸਾਰਾ ਧਿਆਨ ਪੰਜਾਬ 'ਚ, ਭਾਰਤ ਵਿੱਚ ਲੱਗਾ ਹੁੰਦਾ। ਕਈ ਕਾਰਨ ਨੇ, ਸਾਡੀਆਂ ਜੜ੍ਹਾਂ ਉੱਥੇ ਨੇ, ਬਹੁਤ ਸਾਰੇ ਮਤਲਬ ਜਿਸ ਤਰ੍ਹਾਂ ਦਾ ਵੀ ਉੱਥੇ ਕੋਈ ਮਸਲਾ ਹੁੰਦਾ, ਜਿੰਨੀ ਇੱਥੇ ਬੈਠੇ ਅਸੀਂ ਉਹ ਵੀ ਪੇਨ ਮਹਿਸੂਸ ਕਰਦੇ ਹਾਂ, ਦਰਦ ਮਹਿਸੂਸ ਕਰਦੇ ਹਾਂ। ਮੈਨੂੰ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਉੱਥੇ ਰਹਿੰਦਿਆਂ ਵੀ ਅਸੀਂ ਇਸ ਤਰ੍ਹਾਂ ਦੀਆਂ ਫੀਲਿੰਗ ਨਹੀਂ ਸੀ ਜਿਹੜੀਆਂ ਹੁਣ ਦੂਰੀ ਕਰਕੇ ਸਾਡੇ ਵਿੱਚ ਆ ਰਹੀਆਂ ਨੇ। ਤੁਸੀਂ ਪੰਜਾਬ ਤੋਂ ਆਏ ਹੋ। ਪੰਜਾਬ ਇਸ ਵੇਲੇ ਇੱਕ ਬੜੇ ਅਜੀਬ ਜਿਹੇ ਦੌਰ 'ਚੋਂ ਨਿਕਲ ਰਿਹਾ, ਚਿੰਤਾਵਾਂ ਸਭ ਦੇ ਉੱਤੇ ਬੜੀਆਂ ਹੋਈਆਂ। ਤੁਸੀਂ ਇਹ ਜੋ ਕੁਝ ਚੱਲ ਰਿਹਾ ਉੱਥੇ ਉਹਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਤੁਸੀਂ ਉਹਦੇ 'ਤੇ ਟਿੱਪਣੀ ਕਰੋ ਪਹਿਲਾਂ, ਤੇ ਫਿਰ ਅਸੀਂ ਤੁਹਾਡੇ ਨਾਲ ਅੱਗੇ ਗੱਲਾਂ ਬਾਤਾਂ ਕਰਾਂਗੇ। ਤੁਸੀਂ ਪੰਜਾਬ ਦੇ ਮੌਜੂਦਾ ਦੌਰ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਪਹਿਲਾਂ ਤਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ NRI ਲੋਕਾਂ 'ਚ ਪੰਜਾਬ ਆਪਣੀ ਧਰਤੀ ਬਾਰੇ ਬੜੀ ਚਿੰਤਾ ਹੈ। ਸ਼ਾਇਦ ਦੇਸ਼ ਦੀ ਆਜ਼ਾਦੀ ਦੀ ਚਿੰਤਾ ਵੀ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਹੋਈ ਸੀ। ਗਦਰ ਪਾਰਟੀ ਦਾ ਜਨਮ ਅਮਰੀਕਾ ਦੀ ਧਰਤੀ 'ਤੇ ਹੋਇਆ ਸੀ, ਤੇ ਇਤਿਹਾਸ ਵਿੱਚ ਇਹ ਜ਼ਿਕਰ ਇਸ ਗੱਲ ਦਾ ਹੈ, ਮੌਜੂਦ ਹੈ ਕਿ ਆਜ਼ਾਦੀ ਦੀ ਲੜਾਈ 'ਚ ਜੇ ਸਭ ਤੋਂ ਆਜ਼ਾਦੀ ਦਾ ਅਤੇ ਔਰ ਬਰਾਬਰਤਾ ਦਾ ਸੁਨੇਹਾ ਦਿੱਤਾ ਉਹ ਗਦਰ ਪਾਰਟੀ ਔਰ ਭਗਤ ਸਿੰਘ ਹੋਰਾਂ ਨੇ ਦਿੱਤਾ ਜੀ। ਤੋ ਇਸ ਲਈ ਤੁਹਾਡਾ NRI ਭਰਾਵਾਂ ਦਾ ਆਪਣੀ ਧਰਤੀ 'ਤੇ ਲਗਾਵ ਹੋਣਾ ਕੁਦਰਤੀ ਆ। ਮੈਂ ਇਹਨੂੰ ਇੱਕ ਸ਼ੁਭ ਸਗਰ ਸਮਝਦਾ। ਜਿਹੜਾ ਤੁਸੀਂ ਪੰਜਾਬ ਦਾ ਜ਼ਿਕਰ ਕਰਦੇ ਹੋ, ਮੈਂ ਉਸ ਪੰਜਾਬ ਤੋਂ 3 ਦਿਨ ਪਹਿਲਾਂ ਆਇਆ ਇੱਥੇ। ਇਹ ਸੱਚਾਈ ਆ ਵੀ ਪੰਜ ਪਾਣੀਆਂ ਦੇ ਨਾਂ 'ਤੇ ਵਸਿਆ ਪੰਜਾਬ ਅੱਜ ਫੇਰ ਉੱਜੜਦਾ ਦਿਸ ਰਿਹਾ ਸਾਨੂੰ। ਪਾਣੀਆਂ ਦੇ ਵਸਣ ਦਾ ਪੰਜਾਬ ਅੱਜ ਪਾਣੀਆਂ ਤੋਂ ਵੀ ਵਿਰਵਾ ਹੋ ਰਿਹਾ। ਕੁਝ ਸਾਲਾਂ ਦਾ ਮਸਲਾ ਆ, ਪੰਜਾਬ ਦੀ ਪਾਣੀ ਬੰਜਰ ਬਣ ਰਹੀ ਆ, ਪਾਣੀ ਪੰਜਾਬ ਦੇ ਲੋਕਾਂ ਨੂੰ ਨਸੀਬ ਨਹੀਂ ਹੋਏਗਾ। ਇਹ ਡਰਾਵੇ ਮਾਤਰ ਨਹੀਂ ਹੈ, ਇਹ ਬਹੁਤ ਗਿਆਨੀ ਲੋਕਾਂ ਦਾ, ਰਿਸਰਚ ਕਰਨ ਵਾਲੇ ਲੋਕਾਂ ਦਾ ਸਰਵੇ ਆ। ਪੰਜਾਬ ਐਸਾ ਸੂਬਾ ਆ ਜਿੱਥੇ ਬੇਕਾਰਾਂ ਦੀ ਗਿਣਤੀ ਹਰਿਆਣੇ 'ਚ ਬਹੁਤ ਆ ਔਰ ਪੰਜਾਬ ਨਾਲ ਲੱਗਦੇ ਬਹੁਤ ਆ। 31% ਤੱਕ ਬੇਕਾਰੀ ਦਾ ਦਰ ਹਰਿਆਣੇ 'ਚ ਆ, ਅਤੇ ਲਗਭਗ ਪੰਜਾਬ ਵਾਲੇ ਉਹਦੇ ਨੇੜੇ ਆ। ਬੇਕਾਰੀ ਤੋਂ ਬਚਣ ਵਾਲੇ ਕਾਰਨ ਹੀ ਲੋਕ ਲਾਈਨਾਂ ਲਾ ਕੇ ਵਿਦੇਸ਼ਾਂ ਨੂੰ ਬੈਠੇ ਆ। ਪੰਜਾਬ ਦੀ ਖੇਤੀਬਾੜੀ ਸੰਕਟ 'ਚ ਆ। ਪੰਜਾਬ ਦੇ ਖੇਤ ਮਜ਼ਦੂਰ
ਜਿਨ੍ਹਾਂ ਦਾ ਜੀਵਨ ਹੀ ਖੇਤੀਬਾੜੀ ਦੇ ਉੱਤੇ ਸੀ, ਉਹਨਾਂ ਦਾ ਰੁਜ਼ਗਾਰ ਖੁੱਸ ਗਿਆ, ਪੂਰੀ ਤਰ੍ਹਾਂ ਖੁੱਸ ਗਿਆ। ਉਹ ਰੋਟੀ ਕਿਵੇਂ ਖਾਂਦੇ ਹੋਣਗੇ, ਉਹ ਸੌਂਦੇ ਕਿਵੇਂ ਆ, ਪਰਿਵਾਰ ਕਿਵੇਂ ਚੱਲਦੇ ਆ, ਇਹ ਇੱਕ ਵੱਖਰਾ ਵਿਸ਼ਾ ਆ। ਸਿਹਤ ਸੇਵਾਵਾਂ ਦਾ ਬਹੁਤ ਮੰਦਾ ਹਾਲ ਆ। ਕਰੋਨਾ ਮਹਾਮਾਰੀ 'ਚ ਪ੍ਰਾਈਵੇਟ ਹਸਪਤਾਲਾਂ ਵਾਲੇ ਜਿੰਦਾ ਲਾ ਕੇ ਭੱਜ ਗਏ ਸਨ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਭਾਰੀ ਦੁਹਾਨ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੀ ਸਨਅਤ ਬਹੁਤ ਸੰਕਟ 'ਚ ਆ, ਜਿੰਦੇ ਲੱਗ ਗਏ ਆ। ਮੈਂ ਟ੍ਰੇਡ ਯੂਨੀਅਨ ਦਾ ਕੰਮ ਅੰਮ੍ਰਿਤਸਰ ਛਾਟੇ ਕੀਤਾ ਆ। ਮੈਂ ਕੁਝ ਸਾਲ ਪਹਿਲਾਂ ਛਾਟੇ ਦੇ ਮਿੱਲਾਂ ਦੇਖਣ ਵਾਸਤੇ ਗਿਆ ਤੇ ਮੈਨੂੰ ਇੱਕ ਵੀ ਮਿੱਲ ਚੱਲਦੀ ਨਹੀਂ ਲੱਗੀ। ਸਾਰੀਆਂ ਮਿੱਲਾਂ ਦੇ ਪਲਾਟ ਕੱਟ ਦਿੱਤੇ ਗਏ ਆ। ਤਾਂ ਮੇਰਾ ਕਹਿਣ ਤੋਂ ਪੱਖਿਆ ਵੀ ਜੇ ਇਸ ਗੱਲਾਂ ਦੇ ਆਧਾਰ ਤੇ ਕਿਸੇ ਸੂਬੇ ਦੀ ਤਰੱਕੀ ਮੰਨੀ ਜਾਂਦੀ ਹੈ, ਉਹ ਤਰੱਕੀ ਦਾ ਕਿਸੇ ਕੋਈ ਨਿਸ਼ਾਨੀ ਪੰਜਾਬ ਦੇ ਲੋਕਾਂ ਨੂੰ ਨਹੀਂ ਦਿਸਦੀ। ਜਿਹੜਾ ਪਿਛਲੇ ਦਿਨਾਂ 'ਚ ਦੁਖਾਂਤ ਵਾਪਰਿਆ, ਉਸ ਦੁਖਾਂਤ ਨੇ ਤਾਂ ਸਮਾਂ ਚਿੰਤਾ ਹੋਰ ਵਧਾਤੀਆਂ ਸਾਡੀਆਂ ਕਿ ਸਾਡੀ ਕਿਤੇ ਪੰਜਾਬੀਆਂ ਦੀ ਸਾਂਝੀ ਵਿਰਾਸਤ ਮੁੜ ਕੇ ਫੇਰ ਖਤਰੇ ਤਾਂ ਨਹੀਂ ਪਹੁੰਚ ਜਾਏਗੀ ਜਿੱਦਾਂ ਕਿਸੇ ਵੇਲੇ 80ਵੇਂ ਦੇ ਦੌਰ ਵਿੱਚ ਪਹੁੰਚੀ ਸੀ। ਇਸ ਲਈ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਵਾਸਤੇ ਚਿੰਤਾਤੁਰ ਵੀ ਹੋਣਾ ਚਾਹੀਦਾ ਔਰ ਦਖਲ ਦੇ ਕੇ ਜਿੰਨਾ ਕੁਝ ਅਸੀਂ ਕਰ ਸਕਦੇ ਹਾਂ ਆਪਣੇ ਪੰਜਾਬ ਦੀ ਧਰਤੀ ਲਈ, ਦੇਸ਼ ਦੀ ਧਰਤੀ ਲਈ, ਉਹ ਸੋਚਣਾ ਚਾਹੀਦਾ, ਕਰਨਾ ਚਾਹੀਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕਾਫੀ ਸਥਿਤੀ ਗੰਭੀਰ ਹੈ ਪੰਜਾਬ ਦੀ। ਫਾਜ਼ਲ ਸਾਹਿਬ, NRI ਸੋਚਦੇ ਬਹੁਤ ਆ, ਚਿੰਤਾਤਰ ਵੀ ਬਹੁਤ ਆ, ਕਰਨਾ ਵੀ ਚਾਹੁੰਦੇ ਆ। ਸਰਕਾਰਾਂ ਵੀ ਕਹਿੰਦੀਆਂ ਅਸੀਂ ਬਾਹਾਂ ਖੋਲ੍ਹ ਦਿੱਤੀਆਂ ਨੇ, ਪਰ ਜਿਸ ਤਰ੍ਹਾਂ ਦੇ ਸਿਕਿਉਰਿਟੀ ਦੇ ਮਸਲੇ ਦੀ ਗੱਲ ਆਪਾਂ ਕਰ ਰਹੇ ਹਾਂ, ਉਸ ਤੋਂ ਇਲਾਵਾ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੈ, ਜਿਸ ਤਰ੍ਹਾਂ ਦਾ ਉੱਥੇ ਸਾਰਾ ਤੰਤਰ ਬਣਿਆ ਹੋਇਆ, ਮਤਲਬ ਕੋਈ ਵੀ NRI ਮਤਲਬ ਇਹ ਡੇਅਰ ਨਹੀਂ ਕਰ ਪਾਉਂਦਾ ਕਿ ਮੈਂ ਉੱਥੇ ਜਾ ਕੇ ਕੁਝ ਇਸ ਤਰ੍ਹਾਂ ਦਾ ਕੰਮ ਕਰਾਂ। ਹਾਂ, ਆਪਣੇ ਪੱਧਰ 'ਤੇ, ਆਪਣੇ ਪਿੰਡ ਪੱਧਰ 'ਤੇ ਨਿੱਕਾ ਮੋਟਾ ਯੋਗਦਾਨ ਸਾਰੇ ਲੋਕ ਕਰਨਾ ਚਾਹੁੰਦੇ, ਉਹ ਕਰ ਵੀ ਰਹੇ ਆ। ਪਰ ਜਿਸ ਤਰ੍ਹਾਂ ਦਾ ਇਹ ਸਿਸਟਮ 'ਚ ਪਸਾਰਾ ਆਇਆ ਸਾਡੇ ਆਲੇ ਦੁਆਲੇ, ਜਿਸ ਤਰੀਕੇ ਦਾ ਉੱਥੇ ਬੜੇ ਲੰਬੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ, ਭਾਵੇਂ ਸੁਖਬੀਰ ਬਾਦਲ ਹੋਣ, ਭਾਵੇਂ ਕੈਪਟਨ ਸਾਹਿਬ ਹੋਣ ਤੇ ਭਾਵੇਂ ਮੌਜੂਦਾ ਸਰਕਾਰ ਹੋਵੇ, ਅਸੀਂ ਸਿੰਗਲ ਵਿੰਡੋ ਸਿਸਟਮ ਕਰ ਰਹੇ ਹਾਂ ਜੀ, ਕਿਸੇ ਨੂੰ ਖੱਜਲ ਖੁਆਰੀ ਨਹੀਂ ਹੋਏਗੀ। ਪਰ ਜਿਹੜਾ ਉੱਥੋਂ ਦਾ ਢਾਂਚਾ ਬਣਿਆ ਹੋਇਆ, ਜਿਹੜਾ ਕਰਪਟ ਸਿਸਟਮ ਹੈ, ਤੇ ਜਿਹੜਾ ਉੱਥੋਂ ਦਾ ਇੰਸਪੈਕਟਰੀ ਰਾਜ ਆ, ਲਾਲ ਫੀਤਾਸ਼ਾਹੀ ਜਿਹਨੂੰ ਅਸੀਂ ਕਹਿੰਦੇ ਰਹਿੰਦੇ ਹਾਂ ਆਮ ਭਾਸ਼ਾ ਦੇ ਵਿੱਚ, ਉਹਦੇ ਤੋਂ ਨਿਜਾਤ ਪਾਉਣ ਦਾ ਕੋਈ ਰਾਹ ਕਿਸੇ ਵੀ ਪਾਰਟੀ ਨੇ ਨਹੀਂ ਕੱਢਿਆ ਹੁਣ ਤੱਕ। ਮੌਜੂਦਾ ਸਰਕਾਰ ਬੜੀਆਂ ਉਮੀਦਾਂ ਲੈ ਕੇ ਆਈ ਤੇ ਕੋਈ ਨੀਤੀਗਤ ਪ੍ਰੋਗਰਾਮ ਸਾਨੂੰ ਅਜੇ ਤੱਕ ਇੱਥੇ ਵੀ ਨਜ਼ਰ ਨਹੀਂ ਆ ਰਿਹਾ। ਸ਼ਾਇਦ ਮੈਂ ਸੋਚਦਾ ਵੀ ਪਾਤਰ ਨੇ ਪੰਜਾਬ ਲਈ ਲਿਖਿਆ ਹੋਵੇ, ਹੁਕਮਰਾਨਾਂ ਲਈ। ਉਸ ਦੀਆਂ ਗੱਲਾਂ ਸੁਣੋ ਕਿ ਰੰਗ ਕੀ ਰੌਸ਼ਨੀ ਹੈ, ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ, ਜਿਸ ਤਰ੍ਹਾਂ ਹੈ ਦਿਨ ਰਾਤ ਵਿਚਲਾ ਫਾਸਲਾ ਜੀ। ਜ਼ੁਬਾਨੀ ਕਲਾਮੀ ਟੇਬਲ ਤੇ ਬਹਿ ਕੇ ਵੋਟਾਂ ਹਾਸਲ ਕਰਨ ਲਈ, ਫੰਡ ਇਕੱਠੇ ਕਰਨ ਲਈ ਹੁਕਮਰਾਨ ਬੜੇ ਦਿਲ ਲਵਾਉ ਨਾਅਰੇ ਦਿੰਦੇ ਆ, ਪਰ ਜਦੋਂ ਯਥਾਰਥ ਨਾਲ ਸਾਹਮਣਾ ਪੈਂਦਾ ਉਦੋਂ ਫਿਰ ਉਹ ਉਹਦੇ ਦੇ ਨਿਲ ਸਾਬਤ ਹੁੰਦੇ ਆ। ਕਿਉਂਕਿ ਯਥਾਰਥ ਨੂੰ ਠੀਕ ਕਰਨ ਵਾਸਤੇ ਜੋ ਥੱਲੇ ਆ, ਉਹਦੇ ਲਈ ਬਹੁਤ ਇਰਾਦੇ ਦੀ ਏਕਤਾ ਚਾਹੀਦੀ ਹੈ, ਇਰਾਦੇ ਦੀ ਪਰਪੱਕਤਾ ਚਾਹੀਦੀ ਹੈ, ਇਰਾਦੇ ਦੀ ਮਜ਼ਬੂਤੀ ਚਾਹੀਦੀ ਹੈ। ਜੇ ਮੇਰਾ ਇਰਾਦਾ ਮਜ਼ਬੂਤ ਨਹੀਂ ਹੈ ਤਾਂ ਫਿਰ ਮੈਂ ਪੰਜਾਬ ਦੇ ਨਸ਼ਾ ਵਪਾਰੀਆਂ ਨੂੰ ਨੱਥ ਕਿਵੇਂ ਪਾ ਸਕਾਂਗਾ। ਜੇ ਮੇਰੀ ਇਹ ਇੱਛਾ ਹੈ ਵੀ ਆਹ ਗੈਂਗ ਤੁਹਾਡੇ ਨਾਲ ਹੈ, ਆਹ ਗੈਂਗ ਮੇਰੇ ਨਾਲ ਆ, ਗੈਂਗਾਂ ਦੇ ਸਹਾਰੇ ਮੈਂ ਚੋਣਾਂ ਜਿੱਤਣੀਆਂ, ਤਾਂ ਫਿਰ ਕੋਈ ਕਹੇ ਜੀ ਮੈਂ ਪੰਜਾਬ 'ਚੋਂ ਗੁੰਡਾਗਰਦੀ ਰਾਜ ਖਤਮ ਕਰ ਦੇਣਾ, ਕਿਵੇਂ ਸੰਭਵ ਹੈ। ਜੇ ਪੰਜਾਬ 'ਚੋਂ ਤੁਸੀਂ ਪ੍ਰਾਈਵੇਟ ਵਿੱਦਿਆ ਯੂਨੀਵਰਸਿਟੀਆਂ ਵਾਲਿਆਂ ਤੋਂ ਕਰੋੜਾਂ ਰੁਪਈਏ ਲੈ ਕੇ ਉਹਨਾਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਇਜਾਜ਼ਤ ਦੇਣੀ ਆ, ਵਿਦਿਆਰਥੀਆਂ ਤੋਂ ਵੱਧ ਫੀਸਾਂ ਲੈਣ ਦੀ, ਤੇ ਤੁਸੀਂ ਫਿਰ ਵਿੱਦਿਆ ਦੇ ਬਾਰੇ ਸਰਕਾਰੀ ਵਿੱਦਿਆ ਨੂੰ ਕਿਵੇਂ ਪ੍ਰਫੁੱਲਤ ਕਰਨ ਦਾ ਯਤਨ ਕਰੋਗੇ। ਇਸ ਲਈ ਮੈਂ ਸਮਝਦਾ ਕਿ ਇਹ ਜਿਹੜੇ ਗੱਲਾਂ ਕਰਨ ਦੇ ਸਾਥੀ ਆ, ਉਹਨਾਂ 'ਚ ਇਰਾਦੇ ਦੀ ਕਮੀ ਆ। ਇਰਾਦੇ ਦੀ ਜਿਹੜੀ ਕਮੀ ਕਾਰਨ ਹੀ ਗੱਲਾਂ ਕਰਦੇ ਆ, ਲੇਕਿਨ ਅਮਲ ਕੋਈ ਨਹੀਂ ਕਰਦੇ। ਹਾਲੇ ਤੱਕ ਸਾਡਾ ਤਜਰਬਾ ਹੁਕਮਰਾਨਾਂ ਦਾ ਬਹੁਤਾ ਚੰਗਾ ਨਹੀਂ। ਕੁਝ ਸਮਾਂ ਆਇਆ ਇੱਦਾਂ ਦਾ ਸਾਂਝੇ ਮੋਰਚੇ ਦੀਆਂ ਸਰਕਾਰਾਂ ਦਾ 67 ਵਿੱਚ ਆਇਆ ਕੁਛ, ਜਦੋਂ ਲੋਕਾਂ ਨੇ ਦੇਖਿਆ ਵੀ ਨਹੀਂ ਬਈ ਕੋਈ ਸਾਡੇ ਸੋਚਣ ਵਾਲੇ ਲੋਕ ਵੀ ਹੈਗੇ ਆ। ਲੇਕਿਨ ਉਦੋਂ ਬਾਅਦ ਭਾਵੇਂ ਉਹ ਅਕਾਲੀ ਦਲ ਆਇਆ, ਚਾਹੇ ਕਾਂਗਰਸ ਆਈ ਆ, ਔਰ ਅੱਜ ਚਾਹੇ ਆਪ ਵਾਲੇ ਆਏ ਆ, ਜਿੰਨਾ ਚਿਰ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਕੋਈ ਤਬਦੀਲੀ ਕਰਨ ਬਾਰੇ ਨਹੀਂ ਸੋਚਦਾ, ਉਹਨਾਂ ਚਿਰ ਪੰਜਾਬ ਦਾ ਕੋਈ ਕਲਿਆਣ ਵਾਲਾ ਪਾਸਾ ਮੈਨੂੰ ਲੱਗਦਾ ਨਹੀਂ ਹੈ ਵੀ ਕੋਈ ਅੱਗੇ ਵਧੀਏ। ਫਾਜ਼ਲ ਸਾਹਿਬ, ਮੌਜੂਦਾ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕੀ ਕੋਈ ਇਸ ਤਰ੍ਹਾਂ ਦੀ ਆਈਡੀਓਲੋਜੀ ਲਾਗੂ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਇਹ ਸਾਰਾ ਢਾਂਚਾ ਓਵਰਆਲ ਹੋ ਸਕਦਾ ਹੋਵੇ? ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਸੋਚਦਾ ਨਹੀਂ, ਜਿਹੜੀ ਪਾਰਟੀ ਹੁਣ ਵੀ ਰਾਜਸੱਤਾ ਚਾਹੀ ਹੈ, ਲੋਕਾਂ ਨੇ ਬਹੁਤ ਵੱਡੇ ਵਿਸ਼ਵਾਸ ਨਾਲ ਉਹਨੂੰ ਭੇਜਿਆ, ਪਰ ਵੇਖਣ 'ਚ ਇਹ ਆਉਂਦਾ ਹੈ ਕਿ ਜਿੱਦਾਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਆਪਣੀ ਕੋਈ ਆਈਡੀਓਲੋਜੀ ਨਹੀਂ ਆ, ਕੋਈ ਕਰਨਾ ਕੀ ਚਾਹੁੰਦੇ ਇਹ ਸਪਸ਼ਟ ਨਹੀਂ ਆ, ਉਹਨਾਂ ਦੀ ਨੀਤੀ ਕੋਈ ਸਪਸ਼ਟ ਨਹੀਂ। ਹਾਂ, ਇਹ ਜ਼ਰੂਰ ਕਹਿੰਦੇ ਆ ਕਿ ਅਸੀਂ ਰਾਜਨੀਤੀ ਕਰਨੀ ਆਏ, ਰਾਜਨੀਤੀ ਬਦਲਣਾ ਹੈ, ਬਦਲ ਕੇ ਉਹ ਕਿਹੜੀ ਦਿਸ਼ਾ ਦੇਣੀ ਚਾਹੁੰਦੇ ਆ ਇਹ ਕੋਈ ਨਿਰਧਾਰਤ ਨਹੀਂ ਆ। ਤੁਸੀਂ ਇਸ ਵਰਤਾਰੇ ਨੂੰ ਕਿੱਦਾਂ ਵੇਖਦੇ ਹੋ?
ਜਿਹੜੀ ਪਾਰਟੀ ਜਾਂ ਜਿਹੜਾ ਕੋਈ ਰਾਜਸੀ ਆਦਮੀ ਇਹ ਕਹਿੰਦਾ ਵੀ ਮੇਰੀ ਰਾਜਨੀਤੀ ਕੋਈ ਨਹੀਂ, ਮੈਂ ਸਮਝਦਾ ਕਿ ਉਦੋਂ ਵੱਡਾ ਝੂਠਾ ਬੰਦਾ ਹੋਰ ਕੋਈ ਨਹੀਂ ਹੋ ਸਕਦਾ। ਜਿਹੜਾ ਕਹਿੰਦਾ ਮੇਰੀ ਰਾਜਨੀਤੀ ਕੋਈ ਨਹੀਂ, ਅਸਲ 'ਚ ਇਹ ਵੀ ਰਾਜਨੀਤੀ ਆ। ਇਸ ਲਈ ਪਹਿਲਾਂ ਤਾਂ ਇਸ ਗੱਲ ਨੂੰ ਹੀ ਸਮਝਣਾ ਚਾਹੀਦਾ ਵੀ ਜਦੋਂ ਕੋਈ ਕਹਿੰਦਾ ਵੀ ਸਾਡੀ ਅਸੀਂ ਰਾਜਨੀਤੀ ਨਹੀਂ ਕਰਨ ਆਏ, ਅਸੀਂ ਤਾਂ ਜੀ ਲੋਕਾਂ ਦੀ ਸੇਵਾ ਕਰਨ ਆਏ ਹਾਂ। ਸੇਵਾ ਵੀ ਇੱਕ ਰਾਜਨੀਤੀ ਤਹਿਤ ਹੁੰਦੀ ਆ, ਸੇਵਾ ਕੋਈ ਹਵਾ 'ਚ ਨਹੀਂ ਹੁੰਦੀ ਹੈ ਬਹਿ ਕੇ। ਇਸ ਲਈ ਇਹ ਕਹਿਣਾ ਸਾਡੇ ਅੱਜ ਦੇ ਹੁਕਮਰਾਨਾਂ ਦਾ ਵੀ ਬਹੁਤ ਹੀ ਧੋਖੇ ਭਰਿਆ ਵੀ ਸਾਡੀ ਰਾਜਨੀਤੀ ਕੋਈ ਨਹੀਂ ਹੈ। ਵੱਡੀ ਗੱਲ ਹੈਗੀ ਵੀ ਕੋਈ ਮੁਕਾਬਲਤਨ ਦੇਣਾ ਢਾਂਚੇ 'ਚ ਕੀ ਹੋ ਸਕਦਾ ਵੀ ਕਰ ਸਕਦੇ ਆ ਕੋਈ ਨਾ ਕੋਈ, ਕਿਉਂ ਨਹੀਂ ਕਰ ਰਿਹਾ? ਜੇ ਭਾਰਤ ਦੇ ਧਰਮ ਨਿਰਪੱਖ ਢਾਂਚਾ ਅਤੇ ਜਮਹੂਰੀ ਢਾਂਚੇ ਨੂੰ ਹਿੰਦੂਤਵੀ ਰਾਜ 'ਚ ਬਦਲਣ ਵਾਸਤੇ ਮੋਦੀ ਸਾਰੀਆਂ ਹੱਦਾਂ ਪਾਰ ਕਰ ਸਕਦਾ। ਪੁਰਾਣਾ ਵਿਦਿਅਕ ਸਾਰਾ ਢਾਂਚਾ ਬਦਲ ਕੇ ਐਸੀ ਵਿਦਿਆ ਲੋਕਾਂ ਨੂੰ ਦੇਣ ਦਾ ਯਤਨ ਕਰ ਰਿਹਾ, ਗੈਰ ਵਿਗਿਆਨਕ, ਜੇ ਨਾਲ ਲੋਕੀ ਅੰਧ ਵਿਸ਼ਵਾਸੀ ਦੁਆਰਾ ਬਣ ਜਾਣ, ਜੇ ਉਹ ਕਰ ਸਕਦਾ ਤੇ ਅਸੀਂ ਆਪਣੇ ਸੀਮਤ ਅਧਿਕਾਰਾਂ ਵਿੱਚ ਲੋਕਾਂ ਨੂੰ ਇੱਕ ਪੈਰਲਲ ਚੰਗੀ ਸਿੱਖਿਆ ਦਾ ਕਿਉਂ ਨਹੀਂ ਨਾਅਰਾ ਦੇ ਸਕਦੇ? ਉਹਨਾਂ ਨੇ ਭਗਤ ਸਿੰਘ ਦੀ ਜੀਵਨੀ ਬਦਲ ਦਿੱਤੀ ਕਰਨਾਟਕਾ 'ਚ, ਉਹਨਾਂ ਨੇ ਵੱਡੇ ਫੈਜ਼ ਅਹਿਮਦ ਫੈਜ਼ ਦੀਆਂ ਕਵਿਤਾਵਾਂ ਬਦਲ ਦਿੱਤੀਆਂ ਅਸੀਂ, ਲੇਕਿਨ ਉਹਨਾਂ ਨੇ ਸਾਵਰਕਰ ਨੂੰ ਲਾ ਦਿੱਤਾ ਕਿ ਅਸੀਂ ਫਿਰ ਨਹੀਂ ਕਰ ਸਕਦੇ ਕੋਈ ਨਾ ਕੋਈ। ਮੈਂ ਇਹ ਕਹਿ ਸਕਦਾ ਵੀ ਬੁਨਿਆਦੀ ਤੌਰ 'ਤੇ ਸ਼ਾਇਦ ਅਸੀਂ ਕੁਝ ਨਾ ਕਰ ਸਕੀਏ। ਜੇ ਮੈਂ ਇਹ ਕਹਾਂ ਵੀ ਇਨਕਲਾਬ ਕਰ ਦੂ ਆਪ ਜਾਂ ਕੋਈ ਮੌਜੂਦਾ ਢਾਂਚੇ ਨੂੰ ਬਦਲੇ ਤੋਂ ਬਿਨਾਂ ਸੰਭਵ ਨਹੀਂ ਹੈ, ਪਰ ਇਨਕਲਾਬ ਤੋਂ ਉਰੇ ਵੀ ਬਹੁਤ ਗੱਲਾਂ ਹੋ ਸਕਦੀਆਂ ਆ। ਲੋਕਾਂ ਨੂੰ ਸੈਕੂਲਰਿਜ਼ਮ ਦਾ ਪਾਠ ਪੜ੍ਹਾਇਆ ਜਾ ਸਕਦਾ, ਲੋਕਾਂ ਨੂੰ ਵਿੱਦਿਆ ਦੇ ਕੇ ਲੋਕਾਂ ਨੂੰ ਛੋਟੇ ਕੰਮਾਂ 'ਚ ਰੁਜ਼ਗਾਰ ਦਿੱਤਾ ਜਾ ਸਕਦਾ, ਥੋੜ੍ਹੀ ਮਾਤਰਾ 'ਚ ਲੋਕਾਂ ਨੂੰ ਭੱਤਾ ਦਿੱਤਾ ਜਾ ਸਕਦਾ ਬੇਕਾਰੀ ਦਾ, ਜਰਾਇਮ ਪੇਸ਼ਾ ਲੋਕਾਂ ਨੂੰ ਨੱਥ ਪਾਈ ਜਾ ਸਕਦੀ, ਨਸ਼ੇ ਦਾ ਧੰਦਾ ਬੰਦ ਕੀਤਾ ਜਾ ਸਕਦਾ। ਇਹਦੇ ਲਈ ਇੱਕ ਇਰਾਦੇ ਦੀ ਏਕਤਾ ਚਾਹੀਦੀ ਹੈ। ਪਰ ਇਹ ਹੁਕਮਰਾਨ ਕਿਉਂਕਿ ਉਹਨਾਂ ਤੋਂ ਕਰੋੜਾਂ ਰੁਪਈਏ ਲੈ ਕੇ ਚੋਣਾਂ ਲੜਦੇ ਆ, ਉਹਨਾਂ ਤੋਂ ਕਰੋੜਾਂ ਰੁਪਈਏ ਲੈ ਕੇ ਐਡਸ ਦਿੰਦੇ ਆ, ਔਰ ਅੱਜ ਵੀ ਐਡਸ ਦਾ ਬਹੁਤ ਪ੍ਰਭਾਵ ਆ। ਆਪ ਦੇ 2 ਮਹੀਨਿਆਂ 'ਚ ਸ਼ਾਇਦ ਕੰਮਾਂ ਦੀ ਲਿਸਟ ਉਹ ਨਾ ਗਿਣਾ ਸਕਣ, ਲੇਕਿਨ ਕੋਈ ਦਿਨ ਇੱਦਾਂ ਦਾ ਨਹੀਂ ਬੀਤਦਾ ਜਿਸ ਦਿਨ ਪੂਰੀ ਦੀ ਪੂਰੀ ਐਡ TV ਤੇ ਨਾ ਹੋਵੇ। ਇਹ ਸਮਝਦਾ ਵੀ ਇਹ ਕੋਈ ਰਾਹ ਕਲਿਆਣਕਾਰੀ ਨਹੀਂ ਹੈ। ਇਹ ਨਾ ਕੁਛ ਨਹੀਂ ਪੰਜਾਬ ਦਾ ਸੁਧਰਨਾ। ਪੰਜਾਬ ਦਾ ਸੁਧਰਨ ਵਾਸਤੇ ਲਾਜ਼ਮੀ ਆ ਵੀ ਕੁਝ ਬੁਨਿਆਦੀ ਗੱਲਾਂ ਜਿਹੜੀਆਂ ਮੈਂ ਦੱਸੀਆਂ ਉਹਨਾਂ ਨੂੰ ਇਹ ਗੱਲ ਦੂਰ ਕਰਕੇ ਵੀ ਇਹਨਾਂ ਤੋਂ ਪੈਸੇ ਲੈਣੇ ਆ, ਇਹਨਾਂ ਸਿਰ 'ਤੇ ਸਾਡਾ ਰਾਜ ਚੱਲਦਾ ਆ, ਇਹ ਭਰਮ ਕੱਢ ਕੇ ਹੁਣ ਪੰਜਾਬ ਦੇ ਵਿੱਚੋਂ ਤੁਸੀਂ ਅੰਦਾਜ਼ਾ ਲਾਓ ਰਾਜ ਸਭਾ ਦੀ ਚੋਣ ਹੋਈ ਹੈ, ਸਭ ਤੋਂ ਵੱਡੀ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਨੂੰ ਟਿਕਟ ਦੇ ਦਿੱਤਾ। ਕੋਈ ਦੱਸ ਸਕਦਾ ਉਹਦਾ ਪੰਜਾਬ ਦੇ ਲੋਕਾਂ ਨਾਲ ਕੀ ਵਾਸਤਾ ਆ? ਇੱਕ ਯੂਨੀਵਰਸਿਟੀ ਚਲਾਉਣ ਵਾਲੇ ਬੰਦੇ ਨੂੰ ਦਿੱਲੀ ਦੇ ਹੁਕਮਰਾਨਾਂ ਦੀ ਮਦਦ ਦੀ ਲੋੜ ਆ, ਦੁਨੀਆ ਭਰ 'ਚ ਉਹਨੇ ਆਪਣਾ ਕਾਰੋਬਾਰ ਚਲਾਉਣਾ ਆ। ਤੇ ਜਿਹੜੀ ਦਿੱਲੀ ਸਰਕਾਰ ਆ ਜਿਹਨੂੰ ਇਹ ਆਪ ਵਾਲੇ ਕਹਿੰਦੇ ਵੀ ਬਹੁਤ ਮਾੜੀ ਸਰਕਾਰ ਆ, ਉਹਦੀਆਂ ਪਾਚੇ ਨਾਲ ਚੱਲਣ ਵਾਲਾ ਬੰਦਾ ਰਾਜ ਸਭਾ 'ਚ ਭੇਜਤਾ ਆਪਾਂ ਬਹਿ ਕੇ, ਉਹਨਾਂ ਦਾ ਕੌਂਸਲਰ ਵੀ ਰਾਜ ਸਭਾ 'ਚ ਭੇਜਤਾ। ਇਸ ਲਈ ਇਹ ਜਿਹੜੇ ਹੁਕਮਰਾਨ ਆ ਇਹਨਾਂ ਦੀ ਖਾਣ ਵਾਲੇ ਦੰਦ ਹੋ ਰਿਹਾ, ਦਖਲਣ ਵਾਲੇ ਹੋ ਰਿਹਾ। ਅਸਲ 'ਚ ਇਹ ਜਿਹੜੀ ਇਰਾਦੇ ਦੀ ਏਕਤਾ ਦੀ ਕਮੀ ਆ ਜਾਂ ਉਹ ਸਮਝਦਾਰੀ ਦੀ ਕਮੀ ਹੈ ਨਾ, ਉਹ 'ਚ ਕਿਤੇ ਦੇਖਣਾ ਚਾਹੀਦਾ ਸਾਨੂੰ। ਮੈਂ ਸਮਝ ਤੱਕ ਹੋ ਸਕਦਾ ਕੁਝ ਨਾ ਕੁਝ, ਪਰ ਇਹ ਹੁਕਮਰਾਨਾਂ ਦੇ ਪਸਤਾ ਰੋਗ ਨਹੀਂ। ਪਾਸਾ ਸਾਹਿਬ, ਆਪਾਂ ਇੱਕ ਪਾਰਟੀ ਨੂੰ ਸ਼ਾਇਦ ਮੈਂ ਨਹੀਂ ਚਾਹਾਂਗਾ ਕਿ ਮੈਂ ਕ੍ਰਿਟਿਸਾਈਜ਼ ਕਰਾਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੇ ਮਤਭੇਦ ਜਿਹੜੇ ਉਹ ਸਾਹਮਣੇ ਆਏ ਨੇ। ਰਾਜ ਸਭਾ ਦੇ ਮੈਂਬਰਾਂ ਤੇ ਲੋਕਾਂ ਦੀ ਬਹੁਤ ਨਿਰਾਸ਼ਾ ਹੋਈ ਉਹਨਾਂ ਨੂੰ, ਇਹ 'ਚ ਕੋਈ ਦੋ ਰਾਵਾਂ ਨਹੀਂ। ਪਰ ਮੈਂ ਥੋੜ੍ਹਾ ਜਿਹਾ ਪੰਜਾਬ ਵੱਲ ਫਿਰ ਮੁੜਨਾ ਚਾਹੁੰਦਾ ਹਾਂ। ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਕਤਲੋਗਾਰਤ ਸ਼ੁਰੂ ਹੋਈ ਆ ਪਿਛਲੇ ਕੁਝ ਸਮੇਂ ਤੋਂ, ਹਾਲਾਂਕਿ ਇਹ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਤੇਜ਼ੀ ਨਾਲ ਵਧੀ ਨਜ਼ਰ ਆ ਰਹੀ ਆ। ਇਹਦੇ ਬੀਜ ਤੇ ਕਿਤੇ ਹੋਰ ਪਿਆ ਹੈ। ਆਪਾਂ ਸਭ ਨੂੰ ਪਤਾ ਹੈ ਕਿ ਇਹ ਕੋਈ ਭਗਵੰਤ ਮਾਨ ਹੀ ਲੈ ਕੇ ਨਹੀਂ ਆਏ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਵਰਤਾਰਾ ਕਿ ਉਹਨਾਂ ਨੇ ਇਹ 'ਚੋਂ ਕੋਈ ਫਾਇਦਾ ਚੁੱਕਣ ਲਈ ਇਹ ਸਾਰਾ ਕੁਝ ਕੀਤਾ ਹੋਵੇਗਾ। ਪਰ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਜਿਸ ਤਰੀਕੇ ਨਾਲ ਇਹਨੂੰ ਪ੍ਰੈਜ਼ੈਂਟ ਮਤਲਬ ਇਹਦੀ ਪ੍ਰੈਜੈਂਟੇਸ਼ਨ ਹੋ ਰਹੀ ਆ, ਨੈਸ਼ਨਲ ਜਿਹਨੂੰ ਮੀਡੀਆ ਕਹਿੰਦੇ ਆ, ਹਿੰਦੀ ਮੀਡੀਆ, ਮੈਂ ਤਾਂ ਕਦੀ ਉਹਨੂੰ ਨੈਸ਼ਨਲ ਮੀਡੀਆ ਨਹੀਂ ਮੰਨਦਾ, ਜਿਸ ਤਰੀਕੇ ਨਾਲ ਉਹਨੂੰ ਯੂਜ਼ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਜਿੱਦਾਂ ਪਹਿਲਾਂ ਹੁੰਦਾ ਸੀਗਾ ਕਿ ਪੰਜਾਬ ਸਾਰਾ ਨਸ਼ਿਆਂ 'ਚ ਕਰਕ ਗਿਆ। ਮੈਨੂੰ ਯਾਦ ਆ ਅਸੀਂ ਇੰਡੀਆ ਇਕੱਠੇ ਹੋਏ ਤੇ ਪ੍ਰਿੰਸੀਪਲ ਸਰਵਣ ਸਿੰਘ ਇੱਥੋਂ ਗਏ ਹੋਏ ਸੀ, ਗੱਲ ਹੋਈ, ਕਹਿੰਦੇ ਯਾਰ ਪੰਜਾਬ ਇੰਨਾ ਗਰਕਿਆ ਨਹੀਂ ਜਿੰਨਾ ਸਾਨੂੰ ਦੱਸਿਆ ਜਾ ਰਿਹਾ। ਹੁਣ ਤੁਸੀਂ ਮਹਿਸੂਸ ਕਰਦੇ ਹੋ ਕਿ ਜਿੱਦਾਂ ਦੇ ਅੰਕੜੇ ਆ ਰਹੇ ਆ ਕ੍ਰਾਈਮ ਰੇਟ ਦੇ ਵਿੱਚ, ਬਹੁਤ ਸਾਰੀਆਂ ਸਟੇਟਾਂ ਸਾਡੇ ਨਾਲੋਂ ਬਹੁਤ ਅੱਗੇ ਨੇ, 3 ਗੁਣਾ ਵੱਧ ਕ੍ਰਾਈਮ। ਕਿਹਾ ਜਾਂਦਾ ਕਿ ਯੂਪੀ ਦੇ ਇੱਕ ਜ਼ਿਲ੍ਹੇ 'ਚ ਉਹਨਾਂ ਕ੍ਰਾਈਮ ਹੋ ਜਾਂਦਾ ਜਿੰਨਾ ਸਾਰੇ ਪੰਜਾਬ 'ਚ ਹੁੰਦਾ ਹੈ। ਤੇ ਜਿਹੜਾ ਪੇਸ਼ਕਾਰੀ ਹੋ ਰਹੀ ਆ ਕਿ ਪੰਜਾਬ ਗਰਕ ਗਿਆ, ਪੰਜਾਬ 'ਚ ਬਹੁਤ ਗੈਂਗਸਟਰ ਆ ਗਏ, ਇਹਦੇ ਪਿੱਛੇ ਤੁਹਾਨੂੰ ਕੋਈ ਸਿਆਸੀ ਮਨਸ਼ਾ ਵੀ ਨਜ਼ਰ ਆਉਂਦੀ ਹੈ ਕਿਤੇ, ਜਾਂ ਸੱਚਮੁੱਚ ਹੀ ਗਰਕ ਗਿਆ ਸਾਰਾ ਕੁਝ? ਇੱਕ ਤਾਂ ਬਜ਼ੁਰਗ ਕਹਿੰਦੇ ਆ ਵੀ ਜਿਹੜਾ ਕੋਈ ਰੋਗ ਆ ਲੱਗਾ ਕਿਸੇ ਨੂੰ, ਉਹ ਕੋਠੇ ਚੜ੍ਹ ਕੇ ਦੁਹਾਈ ਪਾਵੇ ਵੀ ਮੈਨੂੰ ਆਹ ਰੋਗ ਲੱਗਾ, ਲੋਕੋ ਇਲਾਜ ਦੱਸੋ ਮੈਨੂੰ। ਰੋਗ ਛੁਪਾਏ ਤੇ ਉਹਦਾ ਇਲਾਜ ਨਹੀਂ ਹੋਣਾ, ਰੋਗ ਦੱਸੇ ਤੇ ਹੀ ਇਲਾਜ ਉਹਦਾ ਹੋਣਾ ਹੈ। ਇਸ ਲਈ ਜਿਹੜਾ ਪੰਜਾਬ ਦੀ ਤਸਵੀਰ ਨੂੰ ਇਹ ਕਹਿ ਕੇ ਵੀ ਨਹੀਂ ਜੀ ਤਸਵੀਰ ਤਾਂ ਬੜੀ
ਬਹੁਤ ਚਮਕਦੀ ਆ, ਇਹ ਐਵੇਂ ਖਰਾਬ ਕੀਤੀ ਜਾ ਰਹੀ ਹੈ। ਮੈਂ ਸਮਝਦਾ ਇਹ ਸੱਚਾਈ ਤੋਂ ਦੂਰ ਆ। ਹਾਂ, ਕਿੰਨੀ ਮਾਤਰਾ 'ਚ ਚਮਕਦੀ, ਕਿੰਨੀ 'ਚ ਨਹੀਂ ਚਮਕਦੀ, ਇਹ ਤੇ ਮਤਭੇਦ ਹੋ ਸਕਦਾ। ਤੇ ਕਦੇ ਵੀ ਨਸ਼ਿਆਂ ਦਾ ਰੋਜ਼ ਤਾਂ 5 ਮੁੰਡੇ ਮਰ ਰਹੇ ਰੋਜ਼ ਨਸ਼ਿਆਂ ਨਾਲ, ਔਰ ਨਸ਼ਿਆਂ ਦੇ ਵਪਾਰੀਆਂ ਨੇ ਅਰਬਾਂ ਰੁਪਏ ਕਮਾ ਲਏ, ਸਾਹਮਣੇ ਬੈਠੇ ਆ ਉਹ ਲੋਕੀ, ਪਿੰਡਾਂ ਦੇ ਨਾਂ ਜਾਣਦੇ ਉਹਦਾ। ਇਸ ਲਈ ਮੈਂ ਸਮਝਦਾ ਕਿ ਪਹਿਲਾਂ ਤਾਂ ਇਸ ਤੱਥ ਨੂੰ ਲੁਕਾਉਣਾ ਹੀ ਗਲਤ ਹੈ। ਨੰਬਰ 2 ਤੇ ਵੀ ਇਹ ਖਾਸ ਸਾਜ਼ਿਸ਼ ਹੈ, ਇਹ ਇੱਦਾਂ ਦੇ ਮੌਕੇ ਕਿਉਂ ਹੋ ਰਿਹਾ? 2 ਗੱਲਾਂ ਜ਼ਰੂਰ ਰੱਖਣੀਆਂ ਚਾਹੀਦੀਆਂ। ਜਦੋਂ ਵੀ ਪੰਜਾਬ ਦੇ ਵਿੱਚ ਕੋਈ ਲੋਕ ਪੱਖੀ ਲਹਿਰ ਉੱਠਦੀ ਆ ਜਾਂ ਦਿੱਲੀ ਦੇ ਹੁਕਮਰਾਨਾਂ ਦਾ ਥੋੜ੍ਹਾ ਬਹੁਤੀ ਹਾਰ ਦਿੰਦੀ, ਉਹਨਾਂ ਨੂੰ ਇੱਕ ਨਵਾਂ ਇਤਿਹਾਸ ਸਿਰਜਦੀ ਆ, ਉਦੋਂ ਹੀ ਦਿੱਲੀ ਦੇ ਹੁਕਮਰਾਨਾਂ ਦੀਆਂ ਅੱਖਾਂ ਪੰਜਾਬ ਵੱਲ ਨੂੰ ਕਹਿ ਰਹੀਆਂ ਹੋ ਜਾਂਦੀਆਂ। ਇਹ ਗੱਲ ਅਸੀਂ 70 'ਚ ਵੀ ਦੇਖੀ ਹੈ, ਜਦੋਂ ਇੰਦਰਾ ਗਾਂਧੀ ਹਾਰ ਗਈ ਸੀ। ਉਸ ਵੇਲੇ ਵੀ ਪੰਜਾਬ ਵੱਲ ਕਹਿ ਰਹੀ ਅੱਖ ਨਾਲ ਦੇਖਿਆ ਗਿਆ ਕਿ ਪੰਜਾਬ ਦਾ ਹਾਲ ਜੋ 15 ਸਾਲ 20 ਸਾਲ ਹੋਇਆ, ਉਹ ਅਸੀਂ ਜਾਣਦੇ ਹਾਂ, ਉਹ ਭਾਰਤੀ ਹਾਕਮਾਂ ਦੀ ਸਾਜ਼ਿਸ਼ ਤੋਂ ਬਿਨਾਂ ਨਹੀਂ ਸੀ ਹੋਇਆ। ਔਰ ਉਹਦੇ ਵਿੱਚ ਵਿਦੇਸ਼ੀ ਸਾਜ਼ਿਸ਼ਾਂ ਵੀ ਸੀ, ਉਹਦੇ ਵਿੱਚ ਫਿਰਕੂ ਤੱਤ ਵੀ ਸੀ ਉਹਨਾਂ ਨੂੰ, ਪਰ ਉਹਨਾਂ ਨੂੰ ਮੌਕਾ ਕਿਹਨੇ ਦਿੱਤਾ ਇਹ ਸਾਰਾ ਕੁਝ ਕਰਨ ਦਾ? ਉਹ ਸਰਕਾਰਾਂ ਜ਼ਿੰਮੇਵਾਰ ਆ। ਅੱਜ ਜਦੋਂ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਰੂਪ 'ਚ ਇੱਕ ਨਵਾਂ ਅੰਦੋਲਨ ਛਿੜਿਆ, ਜਿਹਨੇ ਨਵੀਆਂ ਗੱਲਾਂ ਤੈਅ ਕੀਤੀਆਂ, ਬਹੁਤ ਸਾਰੇ ਮਿੱਥ ਉਹਨੇ ਤੋੜ ਦਿੱਤੇ ਲੋਕਾਂ ਦੇ। ਇੱਕ ਉਸ ਸਰਕਾਰ ਨੂੰ ਉਸ ਮੁੱਦੇ ਤੇ ਝੁਕਾਇਆ ਜਿਹੜੇ ਕਹਿੰਦੇ ਕਦੀ ਝੁਕਦੀ ਨਹੀਂ ਹੈ, ਧਰਮਾਂ ਤੋਂ ਪਾਸੇ ਹੋ ਕੇ, ਸੂਬਿਆਂ ਦੀ ਲੜਾਈਆਂ ਛੱਡ ਕੇ, ਔਰ ਬਹੁਤ ਉਹਦੀਆਂ ਇੱਕ ਮਹਾਨ ਪ੍ਰਾਪਤੀਆਂ ਆ। ਇਸ ਜਿਹੜੇ ਮਾਹੌਲ ਨੂੰ ਤੋੜਨ ਲਈ ਏਜੰਸੀਆਂ ਯਤਨ ਸ਼ੁਰੂ ਕਰਤੇ, ਉਦੋਂ ਹੀ ਕਰਤੇ ਸੀ ਕਰਨੇ। ਤੁਸੀਂ ਦੇਖੋਗੇ ਖਾਸ ਤਰ੍ਹਾਂ ਦੇ ਤਰੀਕੇ ਆ ਵੀ ਇਹਦੋਂ ਹੀ ਬੇਅਦਬੀਆਂ ਕਿਉਂ ਹੁੰਦੀਆਂ ਬਹਿ ਕੇ। ਔਰ ਬੇਅਦਬੀ ਇਕੱਲੀ ਸਿੱਖ ਗੁਰਦੁਆਰਿਆਂ 'ਚ ਨਹੀਂ ਹੁੰਦੀ, ਉਹ ਮੰਦਰਾਂ 'ਚ ਵੀ ਹੁੰਦੀ ਹੈ। ਔਰ ਬੇਅਦਬੀ ਕਰਨ ਵਾਲਾ ਬੰਦਾ ਬਹੁਤੀ ਵਾਰੀ ਇੱਕੋ ਹੀ ਕਰ ਸਕਦਾ ਹੈ, ਇੱਕੋ ਹੀ ਕੰਮ ਉਹ ਮੰਦਰ 'ਚ ਕਰ ਜਾ ਕੇ ਉਹ ਉੱਥੇ ਕਰ ਦੇਊਗਾ। ਜੋ ਪਟਿਆਲੇ 'ਚ ਵਾਪਰੀ ਘਟਨਾ ਪਹਿਲਾਂ, ਜਿਹਦੇ 'ਚ ਉਹਨਾਂ ਨੇ 1-2 ਫਿਰਕਿਆਂ ਦੀ ਲੜਾਈ ਦਿਖਾ ਦਿੱਤੀ ਹੈ, ਉਹਦਾ ਕਿਤੇ ਪੰਜਾਬ ਤਜਰਬੇ 'ਚੋਂ ਨਾ ਨਿਕਲਿਆ ਹੁੰਦਾ ਤੇ ਪੰਜਾਬ ਦੇ ਲੋਕੀ ਸਿਆਣੇ ਨਾ ਹੁੰਦੇ, ਸ਼ਾਇਦ ਪੰਜਾਬ ਲੋਹਿਆ ਹੁੰਦਾ ਉਦੋਂ ਬਾਅਦ। ਪਟਿਆਲੇ ਦੀ ਘਟਨਾ ਤੋਂ ਬਾਅਦ ਦਿਨੇ ਘਟਨਾ ਹੁੰਦੀ ਹੈ, ਇੱਕ ਰਾਤ ਨੂੰ ਲੋਕਾਂ ਨੇ ਸਾਂਝਾ ਲੰਗਰ ਚਲਾ ਕੇ ਆਪਣੀ ਏਕਤਾ ਬਣਾ ਕੇ ਦਿਖਾ ਦਿੱਤਾ। ਲੇਕਿਨ ਲਗਾਤਾਰ ਉਹਨਾਂ ਵੱਲੋਂ ਭੜਕਾਊ ਗੱਲਾਂ ਹੋ ਰਹੀਆਂ, ਉਹਦੇ ਵਿੱਚ ਏਜੰਸੀਆਂ ਦਾ ਕੰਮ ਵੀ ਬਹੁਤ ਵੱਡਾ ਆ ਤੇ ਸਰਕਾਰੀ ਹੱਥ ਠੋਕਿਆਂ ਦਾ ਕੰਮ ਬਹੁਤ ਵੱਡਾ ਆ, ਤਾਂ ਕਿ ਕਿਤੇ ਪੰਜਾਬ ਦੇ ਵਿੱਚੋਂ ਦਿੱਲੀ ਕਿਸਾਨ ਮੋਰਚੇ ਦੀ ਤਰਜ਼ ਦੇ ਕੋਈ ਐਸੀ ਲਹਿਰ ਨਾ ਉੱਠੇ, ਜਿਹੜੀ ਲਹਿਰ ਇਸ ਦੇਸ਼ ਵਿੱਚ ਫਿਰਕੂ ਪ੍ਰਸਤੀ ਦੀ ਸਰਕਾਰ ਜਿਹੜੀ ਕਰਨ ਜਾ ਰਹੀ ਹੈ, ਫਿਰਕੂ ਫਾਸ਼ੀਵਾਦੀ ਤਾਕਤਾਂ ਕਰਨ ਜਾ ਰਹੀਆਂ, ਉਹਨੂੰ ਕੋਈ ਠੱਲ ਪਾ ਸਕੇ। ਇਹ ਚਿੰਤਾ ਹੁਕਮਰਾਨਾਂ ਦੀ ਬਹੁਤੀ ਹੈ। ਬਿਲਕੁਲ ਪਾਸਟਰ ਸਾਹਿਬ, ਇਹ ਚੀਜ਼ ਅਸੀਂ ਸਮਝਦੇ ਹਾਂ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਹਮੇਸ਼ਾ ਲੀਡ ਕਰਦੇ ਨੇ ਹਿੰਦੁਸਤਾਨ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਨੂੰ ਸੁਲਝਾਉਣ ਲਈ। ਜੇ ਕਦੀ ਅੰਨ ਦੀ ਲੋੜ ਪਈ ਤਾਂ ਵੀ ਪੰਜਾਬੀ ਅੱਗੇ ਵਧੇ, ਜਾਂ ਜਿਹੜੀ ਵੀ ਕੋਈ ਨਵੀਂ ਟੈਕਨੋਲੋਜੀ ਆਉਂਦੀ ਉਹਨੂੰ ਅਸੀਂ ਅਪਣਾਉਂਦੇ ਹਾਂ, ਨਵੀਂ ਸੋਚ ਨੂੰ ਅਪਣਾਉਂਦੇ ਹਾਂ। ਚਾਹੇ ਮਾਰਕਸਵਾਦ ਵੀ ਆਇਆ ਹਿੰਦੁਸਤਾਨ 'ਚ ਤੇ ਪੰਜਾਬੀਆਂ ਨੇ ਉਹਨੂੰ ਗਲੇ ਲਾਇਆ ਸੀ, ਸਭ ਤੋਂ ਪਹਿਲਾਂ ਸ਼ੁਰੂ ਕੀਤਾ। ਲੰਬਾ ਸਮਾਂ ਉਹਨਾਂ ਨੇ ਉਹ 'ਚੋਂ ਨਿਕਲੇ। ਉਸ ਤੋਂ ਬਾਅਦ ਖਾੜਕੂ ਲਹਿਰ ਆਈ, ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਦ੍ਰਿਸ਼ ਸਾਡੇ ਸਾਹਮਣੇ ਆਉਂਦੇ ਰਹਿੰਦੇ ਆ। ਤੇ ਇੰਨਾ ਚੇਤਨ ਸਾਡਾ ਸਮਾਜ ਹੋਣ ਦੇ ਬਾਵਜੂਦ ਸਭ ਤੋਂ ਵੱਧ ਕਸ਼ਟ 'ਚ ਪੰਜਾਬ ਹੀ ਕਿਉਂ ਰਹਿੰਦਾ? ਜਦੋਂ ਆਪਾਂ ਸਮਝਦੇ ਹਾਂ ਕਿ ਅਸੀਂ ਬੜੇ ਚੇਤਨਾ ਦੇ ਪੱਧਰ 'ਤੇ ਅੱਗੇ ਹਾਂ, ਆਪਣੇ ਪੂਰੇ ਹਿੰਦੁਸਤਾਨ ਨੂੰ ਦੱਸਦੇ ਹਾਂ। ਆਮ ਤੌਰ 'ਤੇ ਜਦੋਂ ਅਸੀਂ ਪੁਰਾਣੇ ਲੋਕਾਂ ਦੀਆਂ ਗੱਲਾਂ ਸੁਣਦੇ, ਇਤਿਹਾਸ ਪੜ੍ਹਦੇ ਹਾਂ ਤੇ ਆਜ਼ਾਦੀ ਦੀ ਲੜਾਈ ਬਾਰੇ ਗੱਲਾਂ ਹੁੰਦੀਆਂ, ਤੇ ਕਹਿੰਦੇ ਬੰਗਾਲ ਤੇ ਪੰਜਾਬ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ, ਬਾਕੀ ਲੋਕ ਤਾਂ ਸੁੱਤੇ ਹੀ ਰਹੇ। ਤੇ ਇਹ ਲੋਕ ਜਿਹੜੇ ਉਸਨਾਂ ਸਮਿਆਂ ਤੋਂ ਇੰਨੇ ਚੇਤਨ ਨੇ, ਤੇ ਇਹ ਹੀ ਹਮੇਸ਼ਾ ਕਸ਼ਟ 'ਚ ਰਹਿੰਦੇ ਆ। ਤੇ ਫਿਰ ਇਹ ਆਪਣੀ ਚੇਤਨਤਾ ਦਾ ਜਿਹੜਾ ਪੋਜ਼ੀਟਿਵ ਪਹਿਲੂ ਆ, ਉਹਨੂੰ ਕਿਉਂ ਨਹੀਂ ਅਸੀਂ ਯੂਜ਼ ਕਰਕੇ ਕਿਸੇ ਤਰੀਕੇ ਨਾਲ ਪੰਜਾਬ ਨੂੰ ਮਤਲਬ ਇੱਕ ਮਾਡਲ ਸਟੇਟ ਬਣਾ ਸਕਦੇ, ਦੂਜੀਆਂ ਸਟੇਟਾਂ ਲਈ ਇੱਕ ਚਾਨਣ ਮਨਾਰਾ ਬਣਾ ਕੇ ਦਿਖਾ ਦਈਏ ਕਿ ਭਾਈ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਮਿੱਟੀ ਦੇ ਬਣੇ ਹੋਏ ਆ। ਕੀ ਕਿੱਥੇ ਕਮੀ ਰਹਿ ਜਾਂਦੀ ਆ? ਮੇਰਾ ਇੱਕ ਮਿੱਤਰ ਕਵੀ ਹੋਇਆ ਕਸ਼ਮੀਰ ਕਾਦਰ, ਗੁਜ਼ਰ ਗਿਆ, ਦੁਨੀਆ 'ਚ ਨਹੀਂ ਰਿਹਾ। ਉਹਦੀ ਇੱਕ ਨਜ਼ਮ ਸੀ ਬਹੁਤ ਅੱਛੀ, ਇੱਕ ਗਰੀਬਾਂ ਦੀ ਮਜ਼ਦੂਰ ਕੁੜੀ ਨਾਲ ਕੋਈ ਜ਼ਿਆਦਤੀ ਹੋ ਗਈ, ਉਹਦੇ ਨਾਂ ਦੀ ਕਵਿਤਾ ਸੀ ਵੀ ਮਾਏ ਨੀ ਤੇਰੇ ਹੁਸਨਾਂ ਦਾ ਸਰਮਾਇਆ ਮੈਨੂੰ ਰਾਸ ਨਾ ਆਇਆ, ਮੈਂ ਤਾਂ ਲੁੱਟੀ ਗਈ ਕਿਉਂਕਿ ਮੈਂ ਖੂਬਸੂਰਤ ਸੀ ਮੈਂ ਗੁਰਬਤ ਮਾਰੀ। ਪੰਜਾਬ 'ਚ ਵੀ ਇੱਦਾਂ ਦੀ ਅਵਸਥਾ ਹੀ ਆ ਵੀ ਕਿਉਂਕਿ ਸਾਡੇ 'ਤੇ ਹਮਲਾ ਤਾਂ ਹੋ ਰਿਹਾ, ਸਾਡੇ 'ਤੇ ਹਮਲੇ ਅਟੈਕ ਤਾਂ ਕੀਤਾ ਜਾਂਦਾ, ਅਸੀਂ ਲੜਨ ਮਰਨ ਵਾਲੇ ਲੋਕ ਹਾਂ। ਸਾਡੀ ਇਸੇ ਇੱਛਾ ਨੂੰ ਤੋੜਨਾ ਚਾਹੁੰਦੇ ਆ, ਇਸੇ ਇੱਛਾ ਨੂੰ ਵੀ ਇਹ ਲੋਕ ਆ ਜਿਹੜੇ ਆਜ਼ਾਦੀ ਦੀ ਲੜਾਈ ਵਿੱਚ ਵੀ ਲੜੇ ਆ। ਮੈਂ ਨਹੀਂ ਇਹ ਕਹਿੰਦਾ ਬਾਕੀ ਸੂਬੇ ਨਹੀਂ ਲੜੇ, ਪੰਜਾਬ ਵੀ ਲੜਿਆ, ਆਗੂ ਬਣ ਕੇ ਲੜਿਆ। ਉਹ ਪੰਜਾਬ ਦੀ ਇਸ ਜੁਝਾਰੂ ਧਾਰਾ ਨੂੰ ਤੋੜਨਾ ਚਾਹੁੰਦੇ ਆ। ਤੁਸੀਂ ਠੀਕ ਕਿਹਾ ਵੀ ਪੰਜਾਬ ਆਦਰਸ਼ ਕਿਉਂ ਨਹੀਂ ਬਣ ਸਕਦਾ। ਉਹਨੇ ਪ੍ਰਚਾਰ ਕਰਦਾ ਵੀ ਪੰਜਾਬ ਨੇ ਆਦਰਸ਼ ਬਣਨ ਦੀ ਲੋੜ ਨਹੀਂ, ਅਸੀਂ ਗੁਜਰਾਤ ਨੂੰ ਆਦਰਸ਼ ਬਣਾ ਦਿੱਤਾ ਜਿੱਥੇ ਭੁੱਖਮਰੀ ਫੈਲੀ ਹੈ।
ਜਿੱਥੇ ਦੇ ਸਭ ਤੋਂ ਵੱਧ ਬੰਦਿਆਂ ਨੇ ਫਰਾਡ ਕਰਕੇ ਦੇਸ਼ਾਂ ਦਾ ਧਨ ਵਿਦੇਸ਼ਾਂ ਨੂੰ ਲੈ ਕੇ ਗਏ ਆ, ਜਿੱਥੇ ਦੀ ਇਸ ਵੇਲੇ ਦੀ ਅਵਸਥਾ ਪਰ ਕੈਪੀਟਲ ਇਨਕਮ ਜਿਹੜੀ ਗੁਜਰਾਤ ਵਾਲੀ ਸਭ ਤੋਂ ਥੱਲੇ ਜਾ ਰਹੀ ਹੈ। ਉਹਨਾਂ ਨੇ ਇੱਕ ਪੇਸ਼ ਕਰਤਾ ਵੀ ਜਿਹੜਾ ਵਿਕਾਸ ਮਾਡਲ ਗੁਜਰਾਤ ਦਾ ਆ ਉਹ ਦੇਸ਼ ਦੇ ਲੋਕਾਂ ਲਈ ਆ। ਉਹਨਾਂ ਨੂੰ ਪੰਜਾਬ ਦਿਸਣਾ ਹੀ ਨਹੀਂ ਕਦੀ ਹੈ, ਕਿਉਂਕਿ ਪੰਜਾਬ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਮਾਡਲ ਆ ਨਾ, ਉਹ ਦੇਸ਼ ਨੂੰ ਬਰਾਬਰਤਾ ਵਾਲਾ ਬਣਾਉਣ ਦਾ ਮਾਡਲ ਹੈ ਸਾਡਾ। ਅਸੀਂ ਹੋ ਸਕਦਾ ਸਾਡੇ ਕੋਲ 29 ਦੇ 4 ਪੈਰ ਘੱਟ ਵੀ ਹੋਣਗੇ ਆਰਥਿਕ ਤੌਰ 'ਤੇ, ਲੇਕਿਨ ਜਿਹੜੀ ਸਾਡੀ ਦਿਸ਼ਾ ਆ, ਸਾਡੀ ਸੋਚ ਆ, ਜਿਹੜੀ ਭਗਤੀ ਲਹਿਰ ਨੇ ਬਣਾਈ ਆ, ਗਦਰ ਪਾਰਟੀ ਨੇ ਬਣਾਈ ਆ, ਭਗਤ ਸਿੰਘ ਹੋਰਾਂ ਨੇ ਬਣਾਈ ਆ, ਅਸਲ 'ਚ ਉਹ ਧਾਰਾ ਨੂੰ ਤੋੜਨਾ ਚਾਹੁੰਦੇ ਆ। ਇਸ ਲਈ ਮੈਂ ਜਦੋਂ ਵੀ ਉਹਨਾਂ ਦੀ ਅੱਖ ਆਉਂਦੀ ਪੰਜਾਬ ਤੇ ਆਉਂਦੀ ਆ, ਉਹਨਾਂ ਦੀ ਅੱਖ ਗੁਜਰਾਤ ਤੇ ਕਿਉਂ ਨਹੀਂ ਜਾਂਦੀ, ਉਹਨਾਂ ਦੀ ਅੱਖ ਮੱਧ ਪ੍ਰਦੇਸ਼ ਤੇ ਕਿਉਂ ਨਹੀਂ ਜਾਂਦੀ? ਕਿਉਂਕਿ ਉੱਥੇ ਲੋਕੀ ਕਈ ਵਾਰੀ ਵਿਰੋਧ ਨਾ ਹੋਣ ਕਾਰਨ ਲੋਕੀ ਵਿਸ ਜਾਂਦੇ ਆ, ਲੋਕੀ ਡਰ ਦੇ ਥੱਲੇ ਚਲੇ ਜਾਂਦੇ ਆ। ਪੰਜਾਬ ਇਸ ਗੱਲੋਂ ਥੋੜ੍ਹਾ ਜਿਹਾ ਮਾਣ ਵਾਲਾ ਸੂਬਾ ਆ, ਸਵੈ ਮਾਣ ਆ। ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਵਾਲੀ ਗੱਲ ਅਸੀਂ ਜਾਣਦੇ ਹਾਂ ਜੀ। ਤਾਂ ਮੈਂ ਸਮਝਦਾ ਹਾਂ ਬਈ ਇਸ ਲਈ ਸਾਡੀ ਚਿੰਤਾ ਵੀ ਅੱਜ ਇਹ ਚਾਹੀਦੀ ਹੈ ਵੀ ਜਿਹੜਾ ਪੰਜਾਬ ਦਾ ਇਹ ਬਰਾਬਰਤਾ ਦੇ ਲੜਾਈ ਵਿੱਚ ਜੁਝਾਰੂ ਵਿਰਾਸਤ ਹੈ ਤੇ ਉਹਨੂੰ ਅੱਗੇ ਲੈ ਕੇ ਜਾਣ ਦਾ ਇਰਾਦਾ ਹੈ ਨਾ, ਇਹਨੂੰ ਕੋਈ ਨਾ ਤੋੜ ਸਕੇ। ਅੱਜ ਦੇ ਹੁਕਮਰਾਨ ਚਾਹੇ ਕੁਝ ਨਾ ਕਰ ਸਕਣ, ਜੇ ਵਿਰਾਸਤ ਅਸੀਂ ਕਾਇਮ ਰੱਖ ਗਏ ਤੇ ਮੈਂ ਸਮਝਦਾ ਅਸੀਂ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਕਾਰਨਾਮਾ, ਵੱਡਾ ਅਗਾਂਹ-ਵਧੂ ਰੋਲ ਕਰ ਸਕਦੇ ਹਾਂ। ਜੰਮੂ ਕਸ਼ਮੀਰ ਨੂੰ ਸਰਕਾਰ ਨੇ ਤੋੜ ਦਿੱਤਾ, ਉਹਦਾ ਕੰਮ ਖਤਮ ਕਰਤਾ, ਔਰ ਜਿੱਦਣ 370 ਧਾਰਾ ਤੋੜੀ ਹੈ, ਮੈਂ ਉਸ ਦਿਨ ਕਿਹਾ ਸੀ ਕਿ ਮੋਦੀ ਨੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਅੰਤਲੀ ਮੰਜ਼ਿਲ ਸੰਗਲ ਵੀ ਕੱਟ ਦਿੱਤਾ ਹੈ। ਹੁਣ ਕਸ਼ਮੀਰ ਦੇ ਲੋਕੀ ਕੁੱਟਣਾ ਤਾਂ ਰਹੀ ਜਾਣਗੇ ਤੁਹਾਡੇ ਨਾਲ, ਮੈਂ ਨਹੀਂ ਕਹਿੰਦਾ ਨਹੀਂ ਰਹਿਣਗੇ, ਫੌਜ ਦੇ ਜੋਰ ਨਾਲ ਰਹਿਣਗੇ, ਲੇਕਿਨ ਮਨ ਕਸ਼ਮੀਰੀ ਲੋਕਾਂ ਦਾ ਇਹ ਨਹੀਂ ਕਦੀ ਕਹੇਗਾ ਕੋਈ ਵੀ ਅਸੀਂ ਭਾਰਤ ਨਾਲ ਰਹਿਣਾ ਹੈ। ਉਹਨਾਂ ਰਾਤੋਂ ਰਾਤ ਪੁੱਛੇ ਤੋਂ ਬਿਨਾਂ ਉਹਦਾ ਸੂਬਾ ਤੋੜ ਦਿੱਤਾ ਗਿਆ। ਵਧੇਰੇ ਅਧਿਕਾਰਾਂ ਦੀ ਉਹਨਾਂ ਨੂੰ ਲਿਖਤੀ ਸਮਝੌਤਾ ਕੀਤਾ ਹੈ, ਪੰਚਾਇਤ ਸਮਝੌਤਾ ਕੀਤਾ ਸੀ, ਨਹੀਂ ਮੁੱਕਰਦੇ, ਦੁਨੀਆ ਭਰ ਦੇ ਲੋਕਾਂ ਨਾਲ ਸਮਝੌਤਾ ਕੀਤਾ ਸੀ, ਉਹ ਤੋਂ ਪਿਛਾਂਹ ਚਲੇ ਗਏ ਆ। ਹੁਣ ਅਗਲਾ ਟਾਰਗੇਟ ਉਹਨਾਂ ਦਾ ਪੰਜਾਬ ਹੈ, ਔਰ ਪੰਜਾਬ ਦਾ ਟਾਰਗੇਟ ਦਿੱਲੀ ਕਿਸਾਨ ਮੋਰਚੇ ਸੰਦਰਭ ਵਿੱਚ ਬਹੁਤ ਜ਼ਿਆਦਾ ਉਹਨੂੰ ਤੰਗ ਕਰਦਾ। ਸਾਨੂੰ ਇਹਨੂੰ ਸਮਝ ਕੇ ਹੀ ਆਪਣੀ ਲਹਿਰ ਨੂੰ, ਆਪਣੇ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਪਾਸਵਾਨ ਸਾਹਿਬ, ਜੋ ਜੰਮੂ ਵੱਲ ਚੱਲ ਗਏ ਤੇ ਵਿਸ਼ੇ ਤੋਂ ਸ਼ਾਇਦ ਲਾਂਭੇ ਚੱਲ ਜਾਵਾਂਗੇ, ਕਿਉਂਕਿ ਅਸੀਂ ਪੰਜਾਬ ਦੇ ਸੰਦਰਭ 'ਚ ਜ਼ਿਆਦਾ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ। ਵੈਸੇ ਜਦੋਂ ਇਹ ਧਾਰਾ ਤੋੜੀ ਗਈ ਸੀਗੀ ਤੇ ਥੋੜ੍ਹੀਆਂ ਜਿਹੀਆਂ ਵਿਰੋਧੀ ਸੁਰਾਂ ਉੱਠੀਆਂ ਸੀ, ਪਰ ਜਿਸ ਕਦਰ ਪੰਜਾਬ 'ਚੋਂ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਸੀ, ਮੈਨੂੰ ਲੱਗਦਾ ਆਪਾਂ ਖੜੇ ਹੋ ਨਹੀਂ ਪਾਏ। ਬੇਇਨਸਾਫੀ ਦੇ ਵਿਰੁੱਧ ਖੜੇ ਹੁੰਨੇ ਆ ਅਸੀਂ, ਪਰ ਉਸ ਤਰ੍ਹਾਂ ਖੜੇ ਨਹੀਂ ਹੋਏ ਜਿੱਦਾਂ ਹੋਣਾ ਚਾਹੀਦਾ ਸੀ। ਇਹ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਇਹ ਗੱਲ ਇਹ 'ਚ ਸਹਿਮਤ ਹਾਂ ਵੀ ਜਿੰਨੇ ਹੋਣਾ ਚਾਹੀਦਾ ਉਹਨਾਂ ਨਹੀਂ ਹੋਏ, ਪਰ ਜੇ ਕੋਈ ਆਵਾਜ਼ ਉੱਠੀ ਤਾਂ ਹੁੱਟੀ ਪੰਜਾਬ 'ਚੋਂ ਹੀ ਆ। ਨਹੀਂ, ਉਹ ਮੈਂ ਪਹਿਲਾਂ ਤਸਲੀਮ ਕੀਤਾ। ਮੈਂ ਕੁਝ ਦੇਸ਼ ਦੇ ਲੋਕਾਂ ਨੂੰ ਮਿਲਿਆ, ਮੈਂ ਕਿਹਾ ਯਾਰ ਤੁਸੀਂ ਕਸ਼ਮੀਰ ਬਾਰੇ ਕਿਉਂ ਨਹੀਂ ਕਹਿੰਦੇ? ਜੇ ਸਾਨੂੰ ਤਾਂ ਕਸ਼ਮੀਰ ਲੱਗਦਾ ਨਹੀਂ, ਸਾਡਾ ਹਿੱਸਾ ਪਹਿਲਾਂ ਵੀ ਸੀ। ਇਸ ਲਈ ਮੈਂ ਫਿਰ ਠੀਕ ਹੈ, ਜ਼ਿਆਦਾ ਹੋਣਾ ਚਾਹੀਦਾ, ਪਰ ਮੇਰਾ ਕਹਿਣ ਤੋਂ ਪੱਖ ਹੈ ਵੀ ਉੱਠੀ। ਪਰ ਹੁਣ ਅਗਲਾ ਸਟੈਪ ਉਹਨਾਂ ਦਾ ਸਾਡਾ ਪੰਜਾਬ ਬਣ ਗਿਆ, ਇਹਨੂੰ ਅਸੀਂ ਕਿੱਦਾਂ ਬਚਾਉਣਾ ਆ, ਇਸ ਵੰਡ ਤੋਂ ਕਿੱਦਾਂ ਬਚਾਉਣਾ, ਦੁਸ਼ਮਣ ਦੇ ਹਮਲੇ ਤੋਂ ਕਿੱਦਾਂ ਬਚਾਉਣਾ, ਔਰ ਆਪਣੀ ਵਿਰਾਸਤ ਨੂੰ ਕਿੱਦਾਂ ਕਾਇਮ ਰੱਖਣਾ, ਇਹ ਸਾਡੇ ਲਈ ਬਹੁਤ। ਪਾਸਵਾਨ ਸਾਹਿਬ, ਤੁਹਾਡੀ ਚਿੰਤਾ ਬਿਲਕੁਲ ਠੀਕ ਹੈ। ਜਿਹੜੀ ਧਾਰਾ ਇਸ ਵੇਲੇ ਦੇਸ਼ 'ਚ ਚੱਲ ਰਹੀ ਹੈ, ਜਿਹੜੀ ਦੇਸ਼ ਨੂੰ ਲੀਡ ਕਰ ਰਹੇ ਲੋਕ ਨੇ, ਜਿਸ ਤਰੀਕੇ ਉਹ ਸਾਡੇ 'ਚ ਵੰਡੀਆਂ ਪਾ ਰਹੇ ਨੇ, ਜਿਸ ਤਰੀਕੇ ਨਾਲ ਕਰ ਰਹੇ ਆ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇੱਕ ਪੰਚਾਇਤੀ ਫੈਸਲਾ ਹੁੰਦਾ, ਪਰ ਧਾਰਾ 370 ਤੇ ਸਾਡੇ ਸੰਵਿਧਾਨ ਦਾ ਹਿੱਸਾ ਸੀ, ਉਹਨੂੰ ਤੋੜ ਦਿੱਤਾ ਗਿਆ। ਪਰ ਪਿਛਲੇ 70-75 ਸਾਲਾਂ ਵਿੱਚ ਵੀ ਕਸ਼ਮੀਰੀਆਂ ਦੇ ਦਿਲ ਨਹੀਂ ਪੂਰੀ ਤਰ੍ਹਾਂ ਜਿੱਤ ਸਕਿਆ। ਆਪਾਂ ਫਿਰ ਉੱਧਰ ਤੁਰ ਪੈਣਾ, ਮੈਨੂੰ ਲੱਗਦਾ ਪੂਰੀ ਤਰ੍ਹਾਂ ਦਿਲ ਜਿੱਤੇ ਨਹੀਂ ਸੀ ਗਏ। ਰਾਜ ਭਾਵੇਂ ਕਿਸੇ ਦਾ ਵੀ ਰਿਹਾ ਹੋਵੇ, ਸਾਰੀਆਂ ਰਾਜਸੀ ਪਾਰਟੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਸੇ ਢੰਗ ਨਾਲ ਵਰਤਿਆ ਜ਼ਰੂਰ ਹੈ, ਉਹਨਾਂ ਨੂੰ ਕੀਤਾ ਜ਼ਰੂਰ ਹੈ ਇਸ ਤਰੀਕੇ ਨਾਲ ਕਿ ਅਸੀਂ ਤੁਹਾਡੇ ਹਾਂ, ਪਰ ਉਹਨਾਂ ਨੂੰ ਉਹਨਾਂ ਦੇ ਦਿਲ ਜਿੱਤੇ ਪਹਿਲਾਂ ਵੀ ਨਹੀਂ ਗਏ। ਨਹੀਂ ਜਿੱਤੇ, ਇਹ ਮੈਂ ਪੂਰੀ ਮੇਰੀ ਸਹਿਮਤੀ ਹੈ। ਅਸਲ 'ਚ 70 ਧਾਰਾ ਤਾਂ ਟੈਕਨੀਕਲੀ ਹੁਣ ਤੋੜੀ ਆ, ਅਮਲ ਵਿੱਚ ਤਾਂ ਇਹ ਕਾਫੀ ਸਮਾਂ ਪਹਿਲੇ ਤੋੜ ਦਿੱਤੀ ਗਈ ਸੀ, ਬਹੁਤ ਸਾਰੇ ਅਧਿਕਾਰ ਪਹਿਲੇ ਖੋਲ੍ਹੇ ਸੀ। ਪਰ ਮੈਂ ਸਿਰਫ ਕਹਿੰਦਾ ਵੀ ਉਹਨੂੰ ਇੱਕ ਸਿਰੇ ਦਾ ਕੁਆਲੀਟੇਟਿਵਲੀ ਚੇਂਜ ਕਰ ਦਿੱਤਾ ਉਹਨਾਂ ਨੇ। ਉਹਦਾ ਪਹਿਲੇ ਹੁਕਮਰਾਨ ਇਹ ਤੋਂ ਬਰੀ ਨਹੀਂ ਹੈ, ਜੋ ਉਹਨੇ ਕੀਤਾ ਉਹਨਾਂ ਕਸ਼ਮੀਰੀ ਲੋਕਾਂ ਨਾਲ, ਉਹ ਵੀ ਸਾਡੇ ਸਾਹਮਣੇ ਆ। ਖੈਰ ਤੁਸੀਂ ਠੀਕ ਕਹਿ ਰਹੇ ਹੋ, ਅਸੀਂ ਆਪਣੇ ਪੰਜਾਬ ਲਈ ਜ਼ਰੂਰ ਸੋਚੀਏ ਵੀ ਪੰਜਾਬ ਨੇ ਜੇ ਮੌਜੂਦਾ ਸੰਕਟ ਤੋਂ ਨਿਕਲਣਾ ਆ ਤੇ ਉਹਨੂੰ ਫਿਰ ਜਿਹੜਾ ਸਾਡੀ ਵਿਰਾਸਤ ਵਿੱਚ ਗੱਲਾਂ ਕੁਝ ਉਕਰੀਆਂ ਆ, ਉਹਨਾਂ ਰਹੀਆਂ ਤੇ ਚੱਲ ਕੇ ਪੰਜਾਬ ਸਥਾਪਤੀ ਦੇ ਵਿਰੋਧ ਵਿੱਚ ਇੱਕ ਐਸੀ ਲਹਿਰ ਖੜੀ ਕਰਨ ਦੀ ਲੋੜ ਆ। ਹਾਲੇ ਮੈਂ ਇਹ ਤਾਂ ਨਹੀਂ ਕਹੂੰਗਾ ਵੀ 2 ਸਾਲਾਂ 'ਚ ਪੰਜਾਬ ਨੇ ਸੰਕਟ ਮੁਕਤ ਹੋ ਜਾਣਾ, ਲੇਕਿਨ ਉਹ ਲਹਿਰ ਐਸੀ ਬਣ ਸਕਦੀ ਪੰਜਾਬ 'ਚ ਜਿਹੜੀ ਸੰਕਟ ਮੁਕਤ ਕਰਨ 'ਚ ਇਹਨੂੰ ਸਹਾਈ ਸਿੱਧ ਹੋ ਸਕਦੀ ਹੈ। ਉਹਦੀ ਰਾਖੀ ਕਰਨ ਦੀ ਬਹੁਤ ਲੋੜ ਹੈ। ਪਾਸਵਾਨ ਸਾਹਿਬ, ਜਦੋਂ ਤੁਸੀਂ ਵੀ ਹੁਣ ਸਾਡੇ ਬਰਾਬਰ ਸਾਡੇ ਜਿੱਡੇ ਸ਼ਾਇਦ ਛੋਟੇ ਥੋੜ੍ਹਾ ਬਹੁਤਾ ਆਪਣੇ ਉਮਰ ਦਾ ਫਰਕ ਹੋਵੇ, ਤੇ ਉਹ ਜਦੋਂ ਅਸੀਂ ਬਚਪਨ 'ਚ ਹੁੰਦੇ ਸੀਗੇ ਤੇ ਅਸੀਂ ਦੇਖਦੇ ਹੁੰਦੇ ਸੀਗੇ ਜਿਹੜੀਆਂ ਕਮਿਊਨਿਸਟ ਪਾਰਟੀਆਂ ਦਾ ਰੋਲ, ਪਿੰਡਾਂ ਦੇ ਵਿੱਚ ਉਹਨਾਂ ਦੀ ਮੌਜੂਦਗੀ ਸਾਨੂੰ ਜਗ੍ਹਾ ਜਗ੍ਹਾ ਨਜ਼ਰ ਆਉਂਦੀ ਸੀ। ਪਿੰਡਾਂ 'ਚ ਰਾਤ ਨੂੰ ਲੇਟ ਨਾਈਟ ਨਾਟਕ ਖੇਡੇ ਜਾਂਦੇ ਸੀ, ਲੋਕੀ ਉਹਨਾਂ ਦੀ ਵਿਚਾਰਧਾਰਾ ਨਾਲ ਜੁੜਦੇ ਸੀ, ਔਰ
ਮੈਨੂੰ ਲੱਗਦਾ ਹੈ ਕਿ ਜਿਹੜੇ ਪਾਰਲੀਮੈਂਟਰੀ ਸਿਸਟਮ ਵਾਲਾ ਢਾਂਚਾ ਸਾਡਾ ਉਹਨੇ ਕਿਤੇ ਨਾ ਕਿਤੇ ਉਹ 'ਚ ਵਿਗਾੜ ਪੈਦਾ ਕੀਤੇ, ਕੋਈ ਸਾਡੀ ਲੀਡਰਸ਼ਿਪ ਦੇ ਹੋਣਗੇ। ਮੌਜੂਦਾ ਦੌਰ ਵਿੱਚ ਤੁਸੀਂ ਲੈਫਟ ਦਾ ਜੋ ਹਾਲਾਤ, ਸੰਕਟ ਭਰੇ ਹਾਲਾਤ ਨੇ, ਸੰਕਟ 'ਚੋਂ ਕੱਢਣ ਲਈ ਬਹੁਤ ਸਾਰਿਆਂ ਲੋਕਾਂ ਕੋਲ ਉਹਦੇ ਫਾਰਮੂਲੇ ਹੋਣਗੇ। ਲੈਫਟ ਦੇ ਬਾਰੇ ਕਿੱਦਾਂ ਸੋਚ ਰਿਹਾ? ਮੈਂ ਸਮਝਦਾ ਕਿ ਲੈਫਟ ਨੇ ਪੰਜਾਬ 'ਚ ਬਹੁਤ ਵੱਡੇ ਰੋਲ ਅਦਾ ਵੀ ਕੀਤੇ ਆ, ਬੜੀਆਂ ਲਹਿਰਾਂ ਦਾ ਸੰਚਾਲਨ ਵੀ ਕੀਤਾ ਆ। ਜ਼ਮੀਨ ਦੀ ਲੜਾਈ ਪੰਜਾਬ 'ਚ ਲੜੀ ਹੀ ਕਮਿਊਨਿਸਟਾਂ ਨੇ ਆ, ਚਾਹੇ ਲੜਾਈ ਪੈਪਸੂ ਦੀ ਸੀ, ਚਾਹੇ ਉਹ ਸਾਡੇ ਇਸ ਖਿੱਤੇ ਦੀ ਸੀ। ਜੇ ਪੰਜਾਬ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦੀਆਂ ਲਹਿਰਾਂ ਬਾਕੀ ਵੀ ਚੱਲੀਆਂ, ਤੁਹਾਨੂੰ ਉਹਦੇ ਵਿੱਚ ਲੈਫਟ ਦਾ ਰੋਲ ਇੱਕ ਸਪੈਸ਼ਲ ਮਿਲੇਗਾ। ਕਿਸਾਨ ਅੰਦੋਲਨ ਦਿੱਲੀ ਵਾਲਾ ਲੈਫਟ ਨੇ ਨਹੀਂ ਲੜਿਆ, ਇਹ ਦਾਅਵਾ ਕਰਨਾ ਗਲਤ ਹੋ ਗਿਆ ਕਮਿਊਨਿਸਟਾਂ ਦਾ, ਲੇਕਿਨ ਉਸ ਮੋਰਚੇ 'ਚ ਇਸ ਲੈਫਟ ਵਾਲਿਆਂ ਨੇ, ਕਮਿਊਨਿਸਟ ਧਿਰਾਂ ਨੇ, ਖੱਬੀਆਂ ਪਾਰਟੀਆਂ ਧਿਰਾਂ, ਜੋ ਮਰਜ਼ੀ ਸ਼ਬਦ ਵਰਤ ਲਓ, ਉਹਨੇ ਇੱਕ ਇੰਪੋਰਟੈਂਟ ਹਿੱਸਾ ਪਾਇਆ। ਇਹ ਤਾਂ ਪੋਜ਼ਿਟਿਵ ਗੱਲ ਮੈਂ ਕਹਿ ਰਿਹਾ। ਨੈਗੇਟਿਵ ਇਹ ਆ ਵੀ ਅਸੀਂ ਫਿਰ ਸਾਰੀਆਂ ਲੜਨ ਦੇ ਬਾਵਜੂਦ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਹਰਮਨ ਪਿਆਰੇ ਕਿਉਂ ਨਹੀਂ ਬਣ ਸਕੇ। ਇਹਦੇ ਲਈ ਜ਼ਰੂਰ ਸਮਾਂ ਆ ਗਿਆ ਵੀ ਕਮਿਊਨਿਸਟ ਧਿਰਾਂ ਆਪਣੇ ਮੈਰਿਟ ਨਾ ਦੇਖਣ, ਆਪਣੇ ਡੀਮੈਰਿਟਾਂ ਨੂੰ ਵੀ ਚਿੱਥਣ, ਉੱਤੇ ਸਵੈ ਆਲੋਚਨਾ ਨਾਲ ਵਿਚਾਰ ਕਰਨ। ਕੰਮ ਕਰਦਿਆਂ ਗਲਤੀਆਂ ਹੁੰਦੀਆਂ, ਸਾਤੋਂ ਕਈ ਗਲਤੀਆਂ ਹੋਈਆਂ। ਅਸੀਂ ਪੰਜਾਬ ਦੇ ਦੇਸ਼ ਦੀ ਵਿਰਾਸਤ ਨੂੰ ਆਪਣੇ ਪੱਲੇ ਨਹੀਂ ਬੰਨਿਆ। ਅਸੀਂ ਭਾਰਤ ਦੇ ਪੰਜਾਬ ਦੇ ਜਿਹੜੇ ਸੋਸ਼ਲ ਰਿਪਰੈਸ਼ਨ ਆ, ਸੋਸ਼ਲ ਜਿਹੜੇ ਗੈਰ ਬਰਾਬਰੀ ਆ, ਜਬਰ ਆ ਸੋਸ਼ਲ, ਅਸੀਂ ਉਹਨੂੰ ਮੱਦੇ ਨਜ਼ਰ ਨਹੀਂ ਰੱਖਿਆ। ਅਸੀਂ ਪੰਜਾਬ ਦੇ ਦੇਸ਼ ਦੇ ਵਿੱਚ ਜਿਹੜਾ ਸਾਡਾ ਆਪਣਾ ਇਤਿਹਾਸ ਆ, ਅਸੀਂ ਉਹਨੂੰ ਸਾਹਮਣੇ ਨਹੀਂ ਰੱਖਿਆ ਹੈ। ਇਸ ਕਰਕੇ ਉਹਦੇ ਤੋਂ ਕਰਕੇ ਅਸੀਂ ਲੋਕਾਂ 'ਚੋਂ ਕਈ ਗੱਲਾਂ 'ਚ ਕੱਟੇ ਗਏ। ਲੇਕਿਨ ਇਹ ਮੌਕਾ ਆ ਗਿਆ ਵੀ ਸਾਨੂੰ ਇਹ ਗੱਲਾਂ ਵਿਚਾਰ ਕਰਕੇ ਸਾਡੇ ਕੋਲ ਹੈ ਇੱਕ ਐਸਾ ਤਰੀਕਾ, ਕੀ ਤਰੀਕਾ ਹੋ ਸਕਦਾ। ਉਦਾਹਰਨ ਤੌਰ 'ਤੇ ਬਈ ਇੱਕ ਤਰੀਕਾ ਵੱਡਾ ਇਹ ਹੈ ਪੰਜਾਬ ਲਈ, ਜੇ ਅਸੀਂ ਕਰਨਾ ਕੱਲ੍ਹ ਨੂੰ ਲਹਿਰ ਬਣ ਜਾਂਦੀ ਹੈ, ਜੇ ਅਸੀਂ ਨਿੱਜੀਕਰਨ ਦੀ ਦੌੜ 'ਚੋਂ ਨਿਕਲ ਕੇ ਪ੍ਰਾਈਵੇਟ ਲੋਕਾਂ ਨੂੰ ਦਈਏ ਇਜਾਜ਼ਤ ਦੇਣੀ, ਵੀ ਅਸੀਂ ਪੂਰਾ ਤਰ੍ਹਾਂ ਬੰਦ ਨਹੀਂ ਕਰ ਸਕਦੇ, ਲੇਕਿਨ ਉਹਦੇ ਕੰਪੀਟੀਸ਼ਨ ਵਿੱਚ ਜੇ ਸਰਕਾਰੀ ਖੇਤਰ ਆਉਂਦਾ ਤਾਂ ਜਿਹਨੂੰ ਸਰਕਾਰ ਡਟ ਕੇ ਨਾਲ ਖੜੀ ਹੋਊਗੀ, ਮੈਂ ਸਮਝਦਾ ਕਿ ਸਰਕਾਰੀ ਖੇਤਰ ਦੀ ਬੱਲੇ ਬੱਲੇ ਹੋ ਜਾਏਗੀ। ਅੱਜ ਵੀ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਵੇਟ ਸਕੂਲਾਂ ਨਾਲੋਂ ਕਈ ਬਹੁਤ ਵਾਰੀ ਚੰਗੇ ਆਉਂਦੇ ਆ, ਥੋੜ੍ਹੀਆਂ ਫੀਸਾਂ ਲੈ ਕੇ ਵੀ ਆਉਂਦੇ ਆ। ਪੰਜਾਬ 'ਚ ਇੰਨਾ ਸਟਰਕਚਰ ਆ ਸਿਹਤ ਸੇਵਾਵਾਂ ਦਾ ਵੀ ਉਹਦੀ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੋ ਰਹੀ। ਮਤਲਬ ਇੰਨੇ ਹਸਪੀਟਲ ਆ ਸਾਰੇ ਪੰਜਾਬ 'ਚ ਵੀ ਜੇ ਸਰਕਾਰ ਇਨਫਰਾਸਟਰਕਚਰ ਦੇ ਦੇ, ਬਾਕੀ ਡਾਕਟਰ ਦੇ ਦੇਣ, ਉਹਦਾ ਸਟਾਫ ਦੇ ਦੇਣ, ਤੇ ਪੰਜਾਬ ਨੂੰ ਛੋਟੇ ਕਲੀਨਿਕਾਂ ਦੀ ਲੋੜ ਹੀ ਨਹੀਂ ਪੈਣੀ। ਪਿੰਡ ਪਿੰਡ ਵੱਡੇ ਹਸਪੀਟਲ ਪਏ ਆ। ਸਿਰਫ ਦੇਖਣ ਦੀ ਲੋੜ ਹੈ ਇਹ ਲਈ ਸੋਰਸਿਸ ਪੈਦਾ ਕਿੱਥੋਂ ਕਰੀਏ। ਇਹ ਲਈ ਸੋਰਸਿਸ ਪੈਦਾ ਕਰਨ ਵਾਸਤੇ ਵੱਡੇ ਮੱਛੀਆਂ ਨੂੰ ਹੱਥ ਪਾਉਣਾ ਪੈਣਾ। ਵੱਡੇ ਮੱਛੀਆਂ ਨੂੰ ਹੱਥ ਪਾਉਣ ਦਾ ਪਾਏ ਆ ਵੀ ਜਿਹਨੇ ਬਲੈਕ ਮਨੀ ਨਾਲ ਧਨ ਕਮਾਇਆ, ਇਹ ਉਹ। ਨੰਬਰ 2 ਦੇ ਉੱਤੇ ਜਿਹੜੇ ਲੋਕ ਟੈਕਸ ਚੋਰੀ ਕਰਕੇ ਕਰੋੜਾਂਪਤੀ ਬਣ ਗਏ ਆ, ਉਹਨਾਂ ਦੇ ਮੁਨਾਫਿਆਂ 'ਤੇ ਪਾਬੰਦੀ। ਫਿਰ ਨੰਬਰ 2, ਸਰਕਾਰੀ ਜ਼ਮੀਨਾਂ ਵੇਚਣ ਦੀ ਬਜਾਏ, ਸਰਕਾਰੀ ਜਾਇਦਾਦ ਵੇਚਣ ਦੀ ਬਜਾਏ ਲੋਕਾਂ ਦੀ ਇਨਵਾਲਵਮੈਂਟ ਨਾਲ ਇਹਨੂੰ ਮੈਨੂਫੈਕਚਰ ਇੰਡਸਟਰੀ ਤੌਰ 'ਤੇ ਕਿਉਂ ਨਾ ਬਣਾਇਆ ਜਾਵੇ। ਛੋਟੀਆਂ ਸਨਅਤਾਂ ਪੰਜਾਬ 'ਚ ਇੰਨੀਆਂ ਕਾਮਯਾਬ, ਕਿਸੇ ਵੇਲੇ ਲੁਧਿਆਣਾ ਮੈਨੂੰ ਮਾਨਚੈਸਟਰ ਕਹਾਉਣ ਲੱਗ ਪਿਆ ਸੀ, ਹੁਣ ਲੁਧਿਆਣਾ ਤਬਾਹ ਹੋ ਰਿਹਾ। ਸਿਰਫ ਮੇਰਾ ਕਹਿਣ ਤੋਂ ਪੱਕਿਆ ਜੇ ਸਰਕਾਰ ਮਦਦ ਕਰੇ ਤੇ ਇਹਨਾਂ ਦਾਇਰਿਆਂ ਵਿੱਚ ਵੀ ਸਾਡੇ ਕੋਲ ਬਹੁਤ ਕੁਝ ਹੈਗਾ। ਔਰ ਲੈਫਟ ਵਾਲਿਆਂ ਕੋਲ ਮੈਂ ਫੇਰ ਦੁਹਰਾਉਣਾ ਵੀ ਇਹ ਇੱਕ ਸਮਝਦਾਰੀ ਵੀ ਹੈਗੀ ਆ ਔਰ ਮਾੜੇ ਲੋਕਾਂ ਦੇ ਨਾਲ ਲੜਨ ਦੀ ਇੱਛਾ ਸ਼ਕਤੀ ਵੀ ਹੈਗੀ ਆ, ਪਰ ਅਸੀਂ ਇਸ ਕਾਬਲ ਬਣੀਏ ਪਹਿਲਾਂ ਸ਼ਕਤੀ ਲੋਕਾਂ ਦੀ ਮੇਰੇ ਨਾਲ ਹੋਵੇ, ਜਿਹਦੀ ਸੰਭਾਵਨਾ ਤਾਂ ਹੈ, ਪਰ ਸਾਨੂੰ ਜੇ ਅਸੀਂ ਆਪਣੀਆਂ ਭੁੱਲਾਂ ਨੂੰ ਠੀਕ ਕਰ ਲਈਏ, ਮੈਂ ਆਸ਼ਾਬੰਦ ਹਾਂ, ਪਰ ਇਹ ਲਈ ਕਾਫੀ ਮਿਹਨਤ ਮੰਗਦੀ ਹੈ। ਇਹ ਸਾਡੇ ਇਰਾਦੇ 'ਚ ਜ਼ਰੂਰ ਸਾਫ਼ ਹੋਣੇ ਚਾਹੀਦੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇੱਕ ਤਾਕਤ ਦੇ ਤੌਰ ਤੇ ਲੈਫਟ ਵਾਲੀ ਧਿਰ ਉੱਭਰ ਜਾਏ ਤੇ ਪੰਜਾਬ ਦੀਆਂ ਅੱਧੀਆਂ ਸਮੱਸਿਆਵਾਂ ਤੇ ਆਪਣੇ ਆਪ ਹੀ ਹੱਲ ਹੋ ਜਾਣਗੀਆਂ, ਇਹਦੇ ਨਾਲ ਸਹਿਮਤੀ ਹੈ ਸਾਡੀ। ਪਰ ਮੈਂ ਇੱਕ ਤੁਹਾਡੇ ਕੋਲ ਜਾਣਨਾ ਚਾਹੁੰਦਾ ਹਾਂ, ਆਮ ਤੌਰ ਤੇ ਜਿੰਨੇ ਪੋਲੀਟੀਕਲ ਲੀਡਰਸ ਗੱਲ ਕਰਦੇ ਨੇ ਉਹ ਆਮ ਲੋਕਾਂ ਦੇ ਵਿੱਚ ਕੋਈ ਬੁਰਾਈ ਨਹੀਂ ਸਮਝਦੇ, ਪਰ ਅਸੀਂ ਵਿਰਾਸਤ ਦੀਆਂ ਗੱਲਾਂ ਬੜੀਆਂ ਵਧੀਆ ਵਧੀਆ ਕਰਦੇ ਹਾਂ, ਚੰਗੀਆਂ ਵੀ ਲੱਗਦੀਆਂ ਨੇ ਉਹ, ਪਰ ਜਿਹੜਾ ਸਾਡਾ ਢਾਂਚਾ ਤਬਾਹ ਕੀਤਾ ਗਿਆ ਜਾਂ ਹੋਇਆ ਸਾਡੀ ਅੱਖਾਂ ਦੇ ਸਾਹਮਣੇ ਹੋਇਆ, ਤੇ ਅਸੀਂ ਵੀ ਕਿਤੇ ਨਾ ਕਿਤੇ ਉਹ 'ਚ ਸ਼ਾਮਲ ਰਹੇ ਹਾਂ। ਜੇ ਸਰਕਾਰੀ ਸਕੂਲਾਂ ਦਾ ਢਾਂਚਾ ਗਿਆ ਤੇ ਸਾਡੇ ਅਧਿਆਪਕਾਂ ਵਿੱਚ ਵੀ ਵਿਗਾੜ ਹੋਏ। ਆਪਾਂ ਵੇਖਦੇ ਰਹੇ ਹਾਂ ਸਕੂਲਾਂ 'ਚ ਅਧਿਆਪਕ ਮੁਰਗੇ ਵੀ ਖਾਂਦੇ ਰਹੇ, ਸ਼ਰਾਬਾਂ ਵੀ ਪੀਂਦੇ ਰਹੇ, ਪੜ੍ਹਾਇਆ ਨਹੀਂ। ਹਸਪਤਾਲਾਂ, ਸਰਕਾਰੀ ਡਿਸਪੈਂਸਰੀਆਂ, ਅਸੀਂ ਅੱਜ ਬਾਹਰ ਆਫ ਦੀ ਏਅਰ ਗੱਲ ਕਰ ਰਹੇ ਸੀ ਕਿ ਸਾਡੇ ਕੋਲ ਇਨਫਰਾਸਟਰਕਚਰ ਹੈ, ਪਿੰਡ ਪਿੰਡ ਡਿਸਪੈਂਸਰੀ ਹੈ, ਪਰ ਉੱਥੇ ਕੋਈ ਡਾਕਟਰ ਜਾਣ ਨੂੰ ਤਿਆਰ ਨਹੀਂ ਸੀ। ਜੇ ਕਿਸੇ ਡਿਊਟੀ ਲੱਗਦੀ ਸੀ ਉਹ ਜਾਂਦਾ ਹੀ ਨਹੀਂ ਸੀ। ਕਿਤੇ ਨਾ ਕਿਤੇ ਵਿਗਾੜ ਸਾਡੇ 'ਚ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਆਮ ਸਮਾਜ ਆ ਜਾਂ ਜਿਹੜਾ ਮੁਲਾਜ਼ਮ ਵਰਗ ਆ ਜਾਂ ਜਿਹੜਾ ਅਸੀਂ ਦੁਹਾਈ ਤੇ ਬੜੀ ਦਿੰਦੇ ਹਾਂ ਕਰਪਸ਼ਨ ਜੇ ਉਹ, ਪਰ ਇਹ ਉਹਦਾ ਹਿੱਸਾ ਵੀ ਹੈ ਕਿਤੇ ਨਾ ਕਿਤੇ। ਉਸ ਤੰਤਰ ਨੂੰ ਜਿੰਦਾ ਰੱਖਣ ਲਈ ਸਾਡਾ ਵੀ ਕਿਤੇ ਨਾ ਕਿਤੇ ਰੋਲ ਹੈ। ਕਿਸੇ ਘਟਨਾ ਨੂੰ ਤੁਸੀਂ ਜਰਨਲਾਈਜ਼ ਨਹੀਂ ਕਰਨਾ ਚਾਹੀਦਾ। ਮੇਰੀ ਰਿਕੁਐਸਟ ਇੱਕ ਤਾਂ ਇਹ ਹੈ
ਇਹ ਘਟਨਾ ਹੁੰਦੀ, ਉਹਨੂੰ ਜਰਨਲਾਈਜ਼ ਸ਼ਾਇਦ ਨਾ ਕੀਤਾ ਜਾ ਸਕੇ। ਨੰਬਰ 2, ਮੈਂ ਕਦੀ ਦਾਅਵਾ ਨਹੀਂ ਕਰਦਾ ਵੀ ਪੰਜਾਬ ਦੀ ਲੈਫਟ ਮੂਵਮੈਂਟ ਜਿਹੜੀ ਹੈ, ਟ੍ਰੇਡ ਯੂਨੀਅਨ ਮੂਵਮੈਂਟ ਹੈ, ਦੂਸਰੇ ਸਾਥੀ ਹੈ, ਉਹ ਪੂਰੀ ਤਰ੍ਹਾਂ ਬਿਨਾਂ ਨੁਕਸਾਨ ਤੋਂ, ਬਿਨਾਂ ਕਿਸੇ ਮਤਲਬ ਘਾਟੇ ਤੋਂ ਕੰਮ ਕਰਦੇ ਆ। ਕਈ ਐਸੀਆਂ ਕਮੀਆਂ ਹੈਗੀਆਂ, ਮੈਂ ਉਹਨਾਂ ਕਮੀਆਂ ਨੂੰ ਸਵੀਕਾਰ ਕਰਦਾ ਹਾਂ, ਪਰ ਕੁਝ ਦਾ ਗੱਲਾਂ ਪ੍ਰਚਾਰ ਕਰਤਾ ਗਿਆ। ਉਦਾਹਰਨ ਤੌਰ ਤੇ ਬੜਾ ਪ੍ਰਚਾਰ ਕੀਤਾ ਗਿਆ ਸਰਕਾਰੀ ਹਸਪੀਟਲ ਕੁਝ ਨਹੀਂ ਕਰਦੇ, ਦੇਖੋ ਪ੍ਰਾਈਵੇਟ ਕਿੰਨੇ ਸੋਹਣੇ ਚੱਲਦੇ ਆ। ਜਦੋਂ ਵਿਪਤਾ ਦਾ ਸਮਾਂ ਆਇਆ, ਪ੍ਰਾਈਵੇਟ ਹਸਪੀਟਲ ਜਿੰਦਾ ਲਾ ਕੇ ਭੱਜ ਗਏ, ਜਿੰਦੇ ਲੱਗ ਗਏ। ਜਸਟ ਮੈਂ ਨਾਂ ਲੈ ਸਕਦਾ। ਔਰ ਜੇ ਆ ਗਿਆ ਕੋਵਿਡ ਦਾ ਇਲਾਜ ਕੋਈ ਨਹੀਂ ਹੈ, ਲੱਖ ਰੁਪਏ ਰੋਜ਼ ਲੱਗੇਗਾ ਤੇਰਾ। ਕਾਹਦਾ ਲੱਗੂਗਾ? ਸਿਰਫ ਰੱਖਣ ਦਾ ਲੱਗੂ ਨਾ, ਇਲਾਜ ਤਾਂ ਹੈ ਨਹੀਂ ਕੋਈ। ਲੇਕਿਨ ਜਿਹੜੀਆਂ ਨਰਸਾਂ 2-2 ਹਜ਼ਾਰ ਰੁਪਏ ਲੈਣੀਆਂ, 1500 ਬੱਚੀਆਂ ਸਾਡੀਆਂ ਲੈਣੀਆਂ, ਉਹਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਮਰੀਜ਼ਾਂ ਦੀ ਸੇਵਾ ਕੀਤੀ ਹੈ। ਉਹ ਸਰਕਾਰੀ ਹਸਪੀਟਲ ਦਾ ਹੈ। ਪ੍ਰਾਈਵੇਟ ਹਸਪੀਟਲ ਸਕੂਲ ਜਿਹੜੇ ਆ, ਲੱਖ ਰੁਪਏ ਫੀਸ ਹੈ 5ਵੀਂ ਜਮਾਤ ਦੀ। ਲੇਕਿਨ ਸਰਕਾਰੀ ਹਸਪੀਟਲ ਜਿਹੜੇ ਸਕੂਲ ਆ, ਉੱਥੇ ਜੇ ਚੰਗਾ ਟੀਚਰ ਆ ਕੋਈ, ਤੇ ਉਹਦਾ ਰਿਜ਼ਲਟ ਵੀ ਜਾ ਕੇ ਦੇਖ ਲਓ, ਤੇ ਬੱਚੇ ਪੜ੍ਹਦੇ ਵੀ। ਇਹ ਮੈਂ ਸਹਿਮਤ ਹਾਂ ਕੁਝ ਥਾਂ ਦੇ ਉੱਤੇ, ਕਿਉਂਕਿ ਪਬਲਿਕ ਸੈਕਟਰ ਦੇ ਮੁਲਾਜ਼ਮਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਉਹ ਗੱਲ ਸੱਚ ਆ। ਲੇਕਿਨ ਉਹਨੂੰ ਕੁਝ ਜ਼ਿਆਦਾ ਪਹਿਲਾਂ ਉਹਨੂੰ ਤਬਾਹ ਕੀਤਾ ਸਰਕਾਰ ਨੇ ਆਪਣੀਆਂ ਨੀਤੀਆਂ ਨਾਲ, ਮੁੜ ਕੇ ਬਦਨਾਮ ਕਰਕੇ ਬਿਜਲੀ ਬੋਰਡ ਦਾ ਬਹੁਤ ਬਦਨਾਮ ਕੀਤਾ ਵੀ ਬਿਜਲੀ ਬੋਰਡ ਵਾਲੇ ਮੁਲਾਜ਼ਮ ਕੰਮ ਨਹੀਂ ਕਰਦੇ, ਉਹਦਾ ਨਿੱਜੀਕਰਨ ਕਰਤਾ। ਹੁਣ ਮੁਲਾਜ਼ਮ ਤਾਂ ਰਹਿ ਗਏ 5 ਗੁਣਾ, ਘਟ ਗਏ, ਥੱਲੇ ਆ ਗਏ। ਬਿਜਲੀ ਦਾ ਸਾਰਾ ਵੱਧ ਗਿਆ, ਤੇ ਹੁਣ ਜਦੋਂ ਪ੍ਰਾਈਵੇਟ ਹੋ ਗਏ ਬਿਜਲੀ, ਤਾਂ ਲੋਕੀ ਰੋਣ ਡਏ ਵੀ ਸਾਡਾ ਹੁਣ ਹੋਣ ਕੀ ਡਿਆ ਹੈ ਬੈ ਕੇ। ਉਹਦੇ ਰੇਟ ਵੱਧ ਗਏ ਆ, ਉਹਦੇ ਲਗਾਤਾਰ ਹੀ ਮਤਲਬ ਹੁਣ ਚਿੱਪ ਲੱਗਣੇ ਸਾਡੇ, ਜਿੱਦਾਂ ਆਹ ਮੋਬਾਈਲ ਫੋਨ ਦਾ ਚਿੱਪ ਦਾ ਖਤਮ ਹੁੰਦਾ, ਨਾਲ ਹੀ ਬਿਜਲੀ ਬੰਦ ਹੋ ਜਾਣੀ ਆ। ਲੋਕਾਂ ਨੂੰ ਉਦੋਂ ਪਤਾ ਲੱਗਣਾ ਬੈ ਕੇ। ਜੇ ਇੱਕ ਪਾਸੇ ਬਿੱਲ ਮਾਫ ਕਰਤੇ ਕਿਸਾਨੀ ਦੇ, ਇੱਕ ਜਿਹੜੇ ਓਵਰਆਲ ਚਾਰਜਿਸ ਆ ਬਿਜਲੀ ਬਾਰੇ, ਉਹ ਵਧਾਤੇ ਕਈ ਗੁਣਾ। ਇਸ ਲਈ ਜਿਹੜਾ ਨਿੱਜੀਕਰਨ ਵੀ ਬਹੁਤ ਚੰਗੀ ਚੀਜ਼ ਹੈ, ਸਰਕਾਰੀ ਖੇਤਰ ਮਾੜਾ, ਇੱਕ ਪ੍ਰਚਾਰ ਕਰਕੇ ਬਦਨਾਮ ਕਰਨ ਦਾ ਤਰੀਕਾ ਵੀ ਹੈ। ਹਾਂ, ਇੱਕ ਜ਼ਿੰਮੇਵਾਰ ਆਗੂ ਦੇ ਨਾਤੇ, ਜ਼ਿੰਮੇਵਾਰ ਨੁਮਾਇੰਦਾ ਹੋਣ ਦੇ ਨਾਤੇ ਮੈਂ ਕਹੂੰਗਾ ਵੀ ਕਮ ਸੇ ਕਮ ਅਸੀਂ ਜਿੰਨੀਆਂ ਘਾਟਾਂ ਦੂਰ ਕਰ ਸਕਦੇ ਹਾਂ ਆਪਣੀ ਲਹਿਰ ਦੀਆਂ, ਉਹ ਸਾਨੂੰ ਕਰਨੀਆਂ ਚਾਹੀਦੀਆਂ। ਜਿਹੜਾ ਬੱਚਾ ਵਿਦਿਆਰਥੀ ਨਕਲ ਮਾਰ ਕੇ ਪਾਸ ਹੁੰਦਾ ਨਾ, ਉਹ ਕਦੀ ਬੇਕਾਰੀ ਖਿਲਾਫ ਨਹੀਂ ਲੜਦਾ। ਜਿਹੜਾ ਮੁਲਾਜ਼ਮ ਇਮਾਨਦਾਰੀ ਡਿਊਟੀ ਦਿੰਦਾ ਆ। ਪਰ ਇੱਕ ਲਾਸਟ ਮੈਂ ਇਹ ਕਹਿਣਾ ਚਾਹੁੰਦਾ, ਜਿਹੜੀ ਕਲਾਸ ਨੂੰ ਅਸੀਂ ਅੱਗੇ ਲਿਆਉਣਾ ਚਾਹੁੰਦੇ ਹਾਂ, ਉਹ ਭ੍ਰਿਸ਼ਟਾਚਾਰ ਕੀ ਹੁੰਦਾ? ਭ੍ਰਿਸ਼ਟਾਚਾਰ ਕਰਨ ਦਾ ਮੌਕਾ ਨਹੀਂ ਮਿਲਦਾ ਕੋਈ। ਇੱਕ ਖੇਤ ਮਜ਼ਦੂਰ ਭ੍ਰਿਸ਼ਟਾਚਾਰ ਕੀ ਕਰ ਲਏਗਾ? ਇੱਕ ਬੇਜ਼ਮੀਨਾ ਕਿਸਾਨ, ਛੋਟਾ ਕਿਸਾਨ ਵਿਚਾਰਾ ਕੀ ਭ੍ਰਿਸ਼ਟਾਚਾਰ ਕਰ ਲਏਗਾ? ਉਹ ਤਾਂ ਆਪਣੇ ਖੇਤਾਂ 'ਚ ਰੋਟੀ ਨਹੀਂ ਖਾਣ ਜੋਗਾ ਬਹਿ ਕੇ। ਜਿਹੜੇ ਭ੍ਰਿਸ਼ਟਾਚਾਰ ਕਰਦੇ ਆ, ਉਹ ਕਾਂਗਰਸ ਵੇਲੇ ਕਾਂਗਰਸੀ ਹੁੰਦੇ ਆ, ਅਕਾਲੀਆਂ ਵੇਲੇ ਅਕਾਲੀ ਹੁੰਦੇ ਆ, ਹੁਣ ਆਪ ਵੇਲੇ ਆਪਦੇ ਵੀ ਹੈਗੇ। ਪਰ ਇਹਦੇ ਬਾਵਜੂਦ ਵੀ ਮੈਂ ਚਾਹੂੰਗਾ ਵੀ ਸਾਡੇ ਕਮਿਊਨਿਸਟਾਂ ਦਾ ਕਿਰਦਾਰ ਉਹੀ ਹੋਣਾ ਚਾਹੀਦਾ ਜਿਹੜਾ ਲੋਕਾਂ ਨੂੰ ਪ੍ਰਵਾਨ ਹੋਵੇ। ਜਿਹੜੀ ਸਾਡੀਆਂ ਲਹਿਰਾਂ 'ਚ ਕਮੀ ਦੂਰ ਕਰੀਏ, ਪਰ ਮੁੱਖ ਕਮੀ ਇਹ ਸਰਕਾਰੀ ਨੀਤੀਆਂ 'ਚ ਆ। ਉਹ ਸਰਕਾਰੀ ਖੇਤਰ ਦਾ ਖਾਤਮਾ ਚਾਹੁੰਦੀ ਆ, ਔਰ ਜਿਸ ਦਾ ਨਿੱਜੀਕਰਨ ਪੂਰਾ ਹੋ ਗਿਆ। ਅਮਰੀਕਾ ਦੀ ਉਦਾਹਰਨਾਂ ਮੇਰੇ ਸਾਹਮਣੇ ਆ। ਜਿਹੜੇ ਏਰੀਏ 'ਚ ਪ੍ਰਾਈਵੇਟ ਕੀਤੀ ਬਿਜਲੀ, ਉੱਥੋਂ ਕੰਪਨੀਆਂ ਪੈਸੇ ਲੈ ਕੇ ਭੱਜ ਗਈਆਂ। ਸਾਡੇ ਇੰਸ਼ੋਰੈਂਸ ਕੀਤਾ ਗੁਜਰਾਤ ਵਿੱਚ ਤੇ ਰਾਜਸਥਾਨ 'ਚ, ਲੱਖਾਂ ਕਰੋੜਾਂ ਰੁਪਏ ਲੈ ਕੇ ਕਿਸਾਨਾਂ ਦੇ ਭੱਜ ਗਏ, ਕੋਈ ਇੰਸ਼ੋਰੈਂਸ ਦਿੱਤਾ ਨਹੀਂ ਲੋਕਾਂ ਨੂੰ ਬਹਿ ਕੇ। ਇਸ ਲਈ ਜਿਹੜਾ ਨਿੱਜੀਕਰਨ ਦੇ ਗੁਣਗਾਨ ਕਾਏ ਗਏ, ਸ਼ਾਇਦ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਨਿੱਜੀਕਰਨ ਕੀ ਹੈ। ਇਸ ਲਈ ਪਾਸਾ ਸਾਹਿਬ ਬਹੁਤ ਵੱਡਾ ਸਵਾਲ ਹੈ ਖੈਰ, ਤੇ ਵਰਲਡ ਵਾਈਡ ਮਤਲਬ ਸਾਰੀ ਦੁਨੀਆ ਦਾ ਇਸ ਵੇਲੇ ਸਵਾਲ ਹੈ ਕਿ ਜਿਹੜੇ ਪ੍ਰਾਈਵੇਟ ਅਦਾਰੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਲਿਆਂਦਾ ਜਾ ਰਿਹਾ, ਕਿਉਂਕਿ ਇੱਕ ਸਮੇਂ ਦੀ ਚਾਲ ਹੈ ਕਿ ਉਹਦੇ ਸਮਾਜ ਦੇ ਜਿਹੜੇ ਸਾਰੇ ਆਪਾਂ ਬੱਝੇ ਹੋਏ ਆ, ਉਹ ਤੋਂ ਬਾਹਰ ਨਹੀਂ ਜਾ ਸਕਦੇ। ਆਪਾਂ ਪੰਜਾਬ ਬਾਰੇ ਮੈਂ ਇਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਕਿਸਾਨ ਅੰਦੋਲਨ ਹੋਇਆ, ਤੁਸੀਂ ਦੱਸਿਆ ਕਿ ਉਹਦੇ ਵਿੱਚ ਕਮਿਊਨਿਸਟ ਧਿਰਾਂ ਦਾ ਕਾਫੀ ਵੱਡਾ ਰੋਲ ਰਿਹਾ, ਪੋਜ਼ਿਟਿਵ ਰੋਲ ਰਿਹਾ। ਅਸੀਂ ਇਹ ਨਹੀਂ ਕਹਿੰਦੇ ਕਿ ਲੀਡ ਕੀਤਾ ਨਾ, ਪਰ ਰੋਲ ਕਾਫੀ ਰਿਹਾ। ਉਦੋਂ ਚੇਤਨਾ ਦਾ ਬੜਾ ਪਸਾਰਾ ਹੋਇਆ, ਅਸੀਂ ਲਗਾਤਾਰ ਦੁਹਾਈ ਦਿੰਦੇ ਰਹੇ, ਅਸੀਂ ਆਪਣੇ ਇਹਨਾਂ ਪਲੇਟਫਾਰਮਾਂ ਤੋਂ ਵੀ ਕਹਿੰਦੇ ਰਹੇ ਕਿ ਭਰਾ ਗਲੇ ਲੱਗ ਗਏ, ਹਰਿਆਣਾ ਪੰਜਾਬ ਦਾ ਝਗੜਾ ਮੁੱਕ ਗਿਆ, ਪਾਣੀਆਂ ਦਾ ਝਗੜਾ ਮੁੱਕ ਗਿਆ, ਭਰਾਵਾਂ ਦੇ ਆਪਣੇ ਕੇਸ ਵਾਪਸ ਲੈਣੇ ਸ਼ੁਰੂ ਹੋ ਗਏ। ਤੇ ਫਿਰ ਕਿਸਾਨ ਅੰਦੋਲਨ ਅਜੇ ਪੂਰੀ ਤਰ੍ਹਾਂ ਜਿੱਤਿਆ ਵੀ ਨਹੀਂ ਗਿਆ, ਅਸੀਂ ਘਰ ਵਾਪਸ ਆਏ ਤੇ ਫਿਰ ਅਸੀਂ ਉਸੇ ਦੌਰ 'ਚ ਸ਼ਾਮਲ ਹੋ ਗਏ ਹਾਂ। ਉਸ ਤਰ੍ਹਾਂ ਦਾ ਹੀ ਵਰਤਾਰਾ ਸਾਨੂੰ ਵੇਖਣ ਨੂੰ ਮਿਲ ਰਿਹਾ, ਉਸੇ ਤਰ੍ਹਾਂ ਦਾ ਹੀ ਮਾਹੌਲ ਫਿਰ ਸਿਰਜਿਆ ਗਿਆ। ਮੈਨੂੰ ਇੱਥੇ ਇੱਕ ਸੈਮੀਨਾਰ 'ਚ ਮੌਕਾ ਮਿਲਿਆ ਸੀ, ਡਾਕਟਰ ਕਮਲਜੀਤ ਕੌਰ ਹੋਰਾਂ ਨੇ ਕਿਹਾ ਕਿ ਔਰਤਾਂ ਬਾਰੇ ਬਹੁਤ ਗੱਲਾਂ ਹੋਈਆਂ, ਪਤਾ ਉਦੋਂ ਲੱਗੂਗਾ ਜਦੋਂ ਅਸੀਂ ਆਪਣੀ ਰਸੋਈ 'ਚ ਜਾ ਕੇ ਦੁਬਾਰਾ ਔਰਤਾਂ ਨੂੰ ਉਹ ਮਾਣ ਦੇਵਾਂਗੇ ਜਿਹੜਾ ਅਸੀਂ ਉੱਥੇ ਦਿੰਦੇ ਰਹੇ ਹਾਂ। ਔਰਤਾਂ ਨੇ ਵੀ ਉਹਦੇ 'ਚ ਬੜਾ ਯੋਗਦਾਨ ਪਾਇਆ। ਸਾਡੇ ਉੱਤੇ ਲੰਬਾ ਸਮਾਂ ਇਹਨਾਂ ਚੀਜ਼ਾਂ ਦਾ ਪ੍ਰਭਾਵ ਰਹਿੰਦਾ, ਪ੍ਰਭਾਵ ਕਬੂਲਦੇ ਹਾਂ, ਪਰ ਅਸੀਂ ਫਿਰ ਉਸੇ ਹੀ ਦੌਰ 'ਚ ਵਾਪਸ ਆ ਜਾਂਦੇ ਹਾਂ ਜਿੱਥੋਂ ਅਸੀਂ ਸ਼ੁਰੂ ਕੀਤਾ ਹੁੰਦਾ। ਇਹਨੂੰ ਕਿੱਦਾਂ ਸੰਭਾਲਿਆ ਜਾ ਸਕਦਾ ਕਿ ਲੋਕ ਵਾਪਸ ਉਸੇ ਬੁਰਾਈਆਂ 'ਚ ਨਾ ਡਿੱਗਣ? ਜੇ ਚੇਤਨਾ ਵਧੀ ਆ ਤੇ ਉਹ ਚੇਤਨਾ ਬਰਕਰਾਰ ਰਵੇ ਤੇ ਹੋਰ ਵਧੇ। ਇਹਦੇ ਲਈ ਕਿਸ ਤਰ੍ਹਾਂ ਦਾ ਸੋਸਾਇਟੀ 'ਚ ਕੋਈ ਲੀਡਰਸ਼ਿਪ ਰੋਲ ਅਦਾ ਕਰ ਸਕਦੀ ਹੈ? ਦੇਖੋ, ਜਿਹੜੀ ਦਿੱਲੀ ਕਿਸਾਨ ਮੋਰਚੇ ਨੇ ਆਰਥਿਕ ਚੇਤਨਾ, ਲੜਾਈ ਦੀ ਚੇਤਨਾ, ਰਾਜਸੀ ਚੇਤਨਾ, ਵਿਚਾਰਾਂ ਦੀ ਚੇਤਨਾ ਪੈਦਾ ਕੀਤੀ ਆ, ਉਹਦਾ ਅਸਰ ਸਮਾਜ ਵਿੱਚ ਅੱਜ ਵੀ ਕਾਇਮ ਆ।
ਉਹਦਾ ਅਸਰ ਦਾ ਇਸਤੇਮਾਲ ਕਰਕੇ ਅਸੀਂ ਲਹਿਰ ਨੂੰ ਅੱਗੇ ਵਧਾ ਸਕਦੇ ਹਾਂ। ਮੈਂ ਉਹਨੂੰ ਖਾਰਜ ਨਹੀਂ ਕਰਦਾ। ਯੂਥ ਪਹਿਲਾਂ ਦੇ ਮੁਕਾਬਲੇ ਦਿੱਲੀ ਮੋਰਚੇ ਤੋਂ ਬਾਅਦ ਜ਼ਿਆਦਾ ਖੱਬੇ ਪੱਖ ਦੀ ਗੱਲ ਸੁਣਦਾ, ਜਿਹੜਾ ਬਹੁਤ ਸੁਣਨਾ ਬੰਦ ਹੋ ਗਿਆ ਸੀ। ਮਤਲਬ ਮੈਂ ਪਿਛਲੇ ਦਿਨੀ ਇੱਕ ਯੂਥ ਦੀ ਕਾਨਫਰੰਸ ਕੀਤੀ ਪੰਜਾਬ 'ਚ, ਸ਼ਾਇਦ ਪਹਿਲੀ ਵਾਰੀ ਉਹ ਨੰਨੇ ਮੁੰਨੇ ਬੱਚੇ ਤੇ ਬੱਚੀਆਂ ਆਈਆਂ ਜਿਹੜੀਆਂ ਮੈਂ ਪਹਿਲਾਂ ਨਹੀਂ ਸੀ ਦੇਖੀਆਂ। ਉਹਦਾ ਵੀ ਇੱਕ ਅਸਰ ਕਿਸਾਨ ਅੰਦੋਲਨ ਦਾ ਹੈਗਾ ਹੈ। ਇਹਦਾ ਇੱਕ ਪੋਜ਼ਿਟਿਵ ਸਾਈਡ ਹੈ। ਪਰ ਦਿੱਲੀ ਕਿਸਾਨ ਮੋਰਚੇ ਦੀ ਚੇਤਨਾ ਦਾ ਜਿਹੜਾ ਰੂਪ ਸੀ ਉਹ ਮੁੱਖ ਤੌਰ ਤੇ ਆਰਥਿਕ ਰੂਪ ਸੀ, ਜ਼ਮੀਨ ਦੀ ਲੜਾਈ ਦਾ ਰੂਪ ਸੀ ਵੀ ਇਹ ਕਾਨੂੰਨ ਕਾਲੇ ਬਣ ਗਏ, ਕਿਸਾਨਾਂ ਦੀਆਂ ਜ਼ਮੀਨਾਂ ਖੁੱਸ ਜਾਣੀਆਂ। ਤੇ ਇਹਦੇ ਲਈ ਫਿਰ ਜਿੰਦ ਜਾਨ ਲਾਤੀ ਲੋਕਾਂ ਨੇ ਵੀ ਨਹੀਂ, ਮੈਂ ਜ਼ਮੀਨ ਜੇ ਮੇਰੀ ਚਲ ਗਈ ਸਭ ਕੁਝ ਚਲਾ ਗਿਆ। ਉਹਦਾ ਗਾਹਾਂ ਜਿਹੜਾ ਰਾਜਸੀ ਤੇ ਵਿਚਾਰਧਾਰਾ ਖੇਤਰ ਹੁੰਦਾ ਉਹ ਅਸੀਂ ਉਹਨਾਂ ਕਵਰ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀ। ਇਹ ਕਹਿਣਾ ਤਾਂ ਚਾਹੀਦਾ ਸੀ ਵੀ ਦਿੱਲੀ ਦਾ, ਯਾਨੀ ਕਿ ਰਾਜਨੀਤਿਕ ਚੇਤਨਾ ਵਾਲਾ ਪੱਖ ਜਿਹੜਾ ਸੀ ਕੋਈ ਹੋਰ ਖੋ ਕੇ ਲੈ ਗਿਆ ਸਾਡੇ ਕੋਲ। ਅਸੀਂ ਨਹੀਂ ਕੀਤਾ, ਅਸੀਂ ਉਲਟ ਕੀਤਾ। ਉਲਟ ਇਹ ਕੀਤਾ ਵੀ ਇਹ ਕਹਿਣਾ ਤਾਂ ਵਾਜਬ ਹੈ ਸਾਡਾ ਵੀ ਦਿੱਲੀ ਦਾ ਕਿਸਾਨ ਅੰਦੋਲਨ ਸਾਰੇ ਰਾਜਸੀ ਵਿਚਾਰਾਂ ਦਾ ਸਾਂਝਾ ਅੰਦੋਲਨ ਹੈ। ਇਹ ਗੱਲ ਤਾਂ ਠੀਕ ਹੈ ਜੀ, ਪਰ ਇਹ ਕਹਿਣਾ ਵੀ ਇਸ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਗੈਰ ਰਾਜਸੀ ਹੈ, ਇਹ ਟੋਟਲੀ ਗਲਤ ਹੈ। ਮੋਦੀ ਦੇ ਖਿਲਾਫ ਲੜਨਾ, 3 ਕਾਲੇ ਕਾਨੂੰਨ ਦੀ ਵਾਪਸੀ ਲਈ ਲੜਨਾ, ਇਹ ਗੈਰ ਰਾਜਸੀ ਹੈ ਗੱਲ ਕੋਈ? ਬਿਲਕੁਲ, ਮਤਲਬ ਇਹ ਰਾਜਸੀ ਗੱਲ ਸੀ। ਇਹਦਾ ਪ੍ਰਚਾਰ ਇੰਨਾ ਕਰਤਾ। ਹਾਂ, ਮੈਂ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਸਾਡਾ ਅੰਦੋਲਨ ਸਾਰੇ ਵਿਚਾਰਾਂ ਦੇ ਲੋਕ ਹੈ। ਗਾਹਾਂ ਜਿਹੜਾ ਵਿਚਾਰਧਾਰਾ ਦਾ ਮਸਲਾ ਹੈ, ਜਿਹੜਾ ਆ ਕੇ ਜਿਹਨੇ ਮਾਰ ਬਹੁਤ ਪਾਈ ਹੈ, ਉਹ ਆ ਵਿਚਾਰਧਾਰਾ ਮਸਲਾ। ਉਹਦੇ ਤੇ ਅਸੀਂ ਬਹੁਤ ਹੀ ਹਾਲੇ ਕਨਫਿਊਜ਼ਡ ਹਾਂ। ਅਸੀਂ ਉਹਲੇ ਕੁਛ ਵੀ ਨਹੀਂ ਕੀਤਾ। ਦੁਸ਼ਮਣ ਦੀ ਵਿਚਾਰਧਾਰਾ ਦਿਨ ਰਾਤ ਕੰਮ ਕਰ ਰਹੀ ਆ, ਉਹ ਹਰ ਪਿੰਡ 'ਚ ਕਰ ਰਹੀ ਆ, ਅਖਬਾਰਾਂ 'ਚ ਕਰ ਰਹੀ ਆ, ਟੀਵੀ ਤੁਸੀਂ ਲਾਓ ਸਾਰੇ ਟੀਵੀ ਲੱਗੇ ਹੀ ਉਹ ਆ। ਮੈਂ ਸਮਝਦਾ ਕਿ ਸਾਨੂੰ ਦਿਲ ਨਹੀਂ ਹਾਰਨਾ ਚਾਹੀਦਾ। ਜਿਹੜੀ ਆਰਥਿਕ ਚੇਤਨਾ ਲੋਕਾਂ 'ਚ ਵਿਚਾਰਾਂ ਦੀ ਆਈ ਹੈ, ਇਹਨੂੰ ਅੱਗੇ ਰਾਜਸੀ ਤੇ ਵਿਚਾਰਧਾਰਕ ਚੇਤਨਾ 'ਚ ਬਦਲਣ ਵਾਸਤੇ ਸਾਨੂੰ ਜ਼ਿਆਦਾ ਮਿਹਨਤ ਦੀ ਲੋੜ ਆ। ਮੈਂ ਜ਼ਰੂਰ ਫੀਲ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਇਹ ਮੋਰਚੇ ਦੀ ਲੜਾਈ ਪਹਿਲਾਂ ਨੂੰ ਕਈ ਗੁਣਾ ਜ਼ਿਆਦਾ ਵਧਾਉਣੀ ਪੈਗੀ। ਇਕੱਲਾ ਆਰਥਿਕ ਮੋਰਚਾ ਕੁਝ ਨਹੀਂ ਕਰੇਗਾ। ਜੇ ਤੁਸੀਂ ਕਹੋਗੇ ਵੀ ਮੁਲਾਜ਼ਮਾਂ ਦੀਆਂ ਲੜਾਈਆਂ ਲੜ ਕੇ ਤੁਸੀਂ ਮੁਲਾਜ਼ਮ ਸਿਆਣੇ ਕਰਦਾ, ਉਹੀ ਮੁਲਾਜ਼ਮ ਲੜਾਈਆਂ ਲੜਨ ਦੇ ਬਾਵਜੂਦ ਵੀ ਬੀਜੇਪੀ ਨੂੰ ਵੋਟਾਂ ਪਾਉਂਦੇ ਆ। ਉਹੀ ਮੁਲਾਜ਼ਮ ਲੜਾਈਆਂ ਲੜਨ ਦੇ ਬਾਵਜੂਦ ਵੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ। ਉਹ ਹੁਣ ਦੋਸ਼ੀ ਉਹ ਨਹੀਂ ਹਨ ਜਿਹੜੇ ਆਰਗੇਨਾਈਜ਼ ਕਰਦੇ ਉਹਨਾਂ ਨੂੰ। ਇਹ ਦੋਸ਼ ਸਾਡਾ ਆ, ਕਿਉਂਕਿ ਇਹ ਵਿਚਾਰਧਾਰਾ ਬਿਨਾਂ ਦਿੱਤਿਆਂ ਤੋਂ ਨਹੀਂ ਆਉਂਦੀ। ਹਜ਼ਾਰਾਂ ਸਾਲ ਦੀ ਵਿਚਾਰਧਾਰਾ ਨੇ ਕਿ ਸਾਡੇ ਮਨ 'ਚ ਘਰ ਬਣਾਇਆ ਹੈ। ਉਹਨੂੰ ਰਿਪਲੇਸ ਕਰਨਾ ਇਹ ਕੋਈ ਸਧਾਰਨ ਗੱਲ ਨਹੀਂ ਹੈ। ਉਹਦੇ ਲਈ ਬਹੁਤ ਮਿਹਨਤ ਦੀ ਲੋੜ ਆ। ਪਰ ਜਿੱਦਾਂ ਕਿਸਾਨ ਅੰਦੋਲਨ ਦੀ ਮਿਹਨਤ ਹੋਈ ਆ, ਜਿਹੜਾ ਲੱਗਦੀ ਸੀ ਬਣ ਹੋਣੀ ਉਹ ਹੋਣ ਹੀ ਬਣਾਤਾ, ਇੱਦਾਂ ਮੈਂ ਸਮਝਦਾ ਵੀ ਵਿਚਾਰਧਾਰਾ ਦੀ ਲੜਾਈ ਵੀ ਅਸੀਂ ਨਾ ਉੱਤੇ ਅਬੂਰ ਹਾਸਲ ਕਰ ਸਕਦੇ ਹਾਂ, ਮੇਰਾ ਖਿਆਲ ਹੈ। ਪਾਸਾ ਸਾਹਿਬ, ਲਾਸਟ ਇਹ ਕਿ ਹੁਣ 5 ਸਾਲ ਪਏ ਆ, ਨਵੀਂ ਸਰਕਾਰ ਬਣ ਗਈ ਆ, ਲੋਕਾਂ ਨੇ ਬੜਾ ਬਹੁਮਤ ਨਾਲ ਉਹਨੂੰ ਭੇਜਿਆ। ਲੋਕਾਂ ਦੇ ਸਾਹਮਣੇ ਕੋਈ ਇਸ ਵੇਲੇ ਰਾਜਸੀ ਏਜੰਡਾ ਬਹੁਤਾ ਸਾਹਮਣੇ ਨਹੀਂ ਆ, ਸਵਾਈ ਇਸ ਦੇ ਕਿ ਟੋਟਲ ਪੰਜਾਬ ਨੂੰ ਕਿੱਦਾਂ ਬਿਹਤਰੀ ਵੱਲ ਲਿਜਾਇਆ ਜਾ ਸਕੇ। ਤੁਸੀਂ ਹੁਣ ਆਉਣ ਵਾਲੇ 5 ਸਾਲ, ਕਿਉਂਕਿ ਆਪ ਕੋਲ ਰਹਿਣਾ ਵਾਗਡੋਰ ਪੰਜਾਬ ਦੀ, ਤੇ ਇਹਦੇ ਵਿਦਿਨ ਸਿਸਟਮ ਦੇ ਰਹਿੰਦਿਆਂ ਹੋਇਆਂ ਕੀ ਸੰਭਾਵਨਾਵਾਂ ਤਲਾਸ਼ ਰਹੇ ਹੋ ਕਿ ਪੰਜਾਬ ਨੂੰ ਇਸ ਸੰਕਟ ਦੇ ਦੌਰ 'ਚੋਂ ਕੱਢਣ ਲਈ ਕਿਹੜੀਆਂ ਧਿਰਾਂ ਜਿਹੜੀਆਂ ਕਿਸ ਤਰ੍ਹਾਂ ਦਾ ਰੋਲ ਅਦਾ ਕਰਨ ਕਿ ਪੰਜਾਬ ਜਿਹੜਾ ਵਾ ਇਸ ਤਰਾਸਦੀ 'ਚੋਂ ਬਾਹਰ ਆ ਸਕੇ? ਉਹਦਾ ਕੋਈ ਮਾਸਟਰ ਪਲਾਨ ਤੁਹਾਡੇ ਕੋਲ ਜਾਂ ਤੁਹਾਡੇ ਸਾਥੀਆਂ ਕੋਲ ਜਾਂ ਦੂਜੀਆਂ ਧਿਰਾਂ ਕੋਲ, ਮੈਂ ਇਕੱਲੀਆਂ ਲੈਫਟ ਨੂੰ ਨਹੀਂ ਕਹਿੰਦਾ, ਟੋਟਲ ਰਾਜਨੀਤਿਕ ਲੋਕ ਜਿਹੜੇ ਆ ਉਹਨਾਂ ਕੋਲ ਕਿਤੇ ਨਜ਼ਰ ਆਉਂਦਾ ਤੇ ਪੰਜਾਬ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ? ਮੈਂ ਇਹ ਆਖਰੀ ਸਵਾਲ ਹੈ, ਤੁਸੀਂ ਖੁੱਲ੍ਹ ਕੇ ਜੇ ਕੋਈ ਗੱਲ ਰਹਿ ਗਈ ਹੋਵੇ ਤੇ ਉਹ ਵੀ ਹੁਣ ਦੱਸ ਦਿਓ। ਇੱਕ ਤਾਂ ਇਹ ਆ ਵੀ ਜਿਹੜੀ ਖੂਬਸੂਰਤ ਬਿਲਡਿੰਗ ਆ ਅੱਜ ਨਜ਼ਰ ਆਉਂਦੀ ਆ, ਉਹਦੇ ਲਈ ਖਰਾ ਕਿੰਨੀ ਮਿਹਨਤ ਕਰਕੇ ਨੀਹਾਂ ਬਣਾਉਣ ਵਾਸਤੇ, ਮਟੀਰੀਅਲ ਇਕੱਠਾ ਕਰਨ ਵਾਸਤੇ ਲੱਗਦਾ ਆ। ਆਹ ਸਮਾਂ 5 ਸਾਲ ਸਾਨੂੰ ਮਟੀਰੀਅਲ ਇਕੱਠਾ ਕਰਨ ਲਈ ਲੱਗਣਾ ਚਾਹੀਦਾ। ਸਾਤੋਂ ਬਿਲਡਿੰਗ ਨਹੀਂ ਬਣਨੀ, ਲੇਕਿਨ ਬਿਲਡਿੰਗ ਬਣਾਉਣ ਤੋਂ ਪਹਿਲਾਂ ਜਿਹੜਾ ਮਟੀਰੀਅਲ ਚਾਹੀਦਾ ਆ ਉਹ ਬਹੁਤ ਜ਼ਰੂਰੀ ਆ। ਮਟੀਰੀਅਲ ਤੋਂ ਮੇਰਾ ਕੀ ਭਾਵ ਹੈ ਕਿ ਪੰਜਾਬ ਦੇ ਵਿੱਚ ਜਿੰਨਾ ਚਿਰ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਦੇ ਵਿੱਚ ਲਹਿਰ ਮਜ਼ਬੂਤ ਨਹੀਂ ਹੁੰਦੀ, ਅੰਦੋਲਨ 'ਚੋਂ ਨਹੀਂ ਆਉਂਦੇ, ਉਹਨਾਂ ਚਿਰ ਕੋਈ ਲਹਿਰ ਦਾ ਸਥਿਰਤਾ ਨਹੀਂ ਆਉਂਦੀ। ਇਸ ਲਈ ਆਉਣ ਵਾਲੇ ਦਿਨਾਂ 'ਚ ਸਾਡਾ ਪੇਂਡੂ ਖੇਤਰਾਂ ਸਭ ਤੋਂ ਜ਼ਿਆਦਾ ਜ਼ੋਰ ਬੇਜ਼ਮੀਨੇ ਲੋਕਾਂ ਦੀਆਂ ਇਕੱਠੇ ਕਰਨ 'ਤੇ ਲੱਗਣਾ ਚਾਹੀਦਾ। ਕਿਸਾਨੀ ਛੱਡਣ ਦੀ ਲੋੜ ਨਹੀਂ ਹੈ, ਇਹ ਨਹੀਂ ਮੈਂ ਕਹਿ ਰਿਹਾ ਕਿਸਾਨ ਨਹੀਂ ਇਕੱਠਾ ਕਰਨਾ ਚਾਹੀਦਾ, ਲੇਕਿਨ ਜ਼ਿਆਦਾ ਐਮਫੇਸਾਈਜ਼ ਜਿਹੜੇ ਬੇਜ਼ਮੀਨੇ ਲੋਕ ਹੈ ਪਿੰਡਾਂ ਦੇ, ਦਲਿਤ ਆ, ਬੇਜ਼ਮੀਨੇ ਕਿਸਾਨ ਆ, ਬੇਜ਼ਮੀਨੇ ਬੈਕਵਰਡ ਕਲਾਸਿਸ ਦੇ ਲੋਕ ਆ, ਉਹਨਾਂ ਨੂੰ ਇਕੱਠੇ ਕਰਨ 'ਤੇ ਲੱਗਣਾ ਚਾਹੀਦਾ, ਨੰਬਰ 1। ਔਰ ਜੇ ਸ਼ਹਿਰਾਂ ਦੇ ਵਿੱਚ ਆ, ਸ਼ਹਿਰਾਂ ਵਿੱਚ ਵੀ ਬਹੁਤ ਵੱਡੀ ਗਿਣਤੀ ਆ ਵਰਕਿੰਗ ਕਲਾਸ, ਪੁਰਾਣੀ ਕਿਸਮ ਦੀ ਕਲਾਸ ਨਹੀਂ ਹੈ ਵੀ ਮਿਲ ਦੇ ਵਿੱਚੋਂ ਨਿਕਲਦੀ ਆ। ਹੁਣ ਤਾਂ ਵਰਕਿੰਗ ਕਲਾਸ ਘਰ ਬੈਠੀ ਆ, ਘਰ ਬੈਠਾ ਮਜ਼ਦੂਰ ਆ, ਉਹਨੂੰ ਸਮਾਨ ਦੇ ਜਾਂਦੇ ਆ, ਉਹ ਘਰ ਬਹਿ ਕੇ ਬਣਾਉਂਦਾ ਆ, ਨਾ ਬੋਨਸ ਮੰਗਦਾ, ਨਾ ਉਹ ਮਿਲ ਦਾ ਹਿੱਸਾ ਆ, ਉਹਨੂੰ ਜਾ ਕੇ ਮਿਲਣ ਦੀ ਲੋੜ ਆ। ਇੱਕ ਤਾਂ ਨੰਬਰ 1 ਇਹ ਹੈ। ਨੰਬਰ 2, ਮੈਂ ਸਮਝਦਾ ਕਿ ਜਿਹਨੂੰ ਅਸੀਂ ਥੋੜ੍ਹਾ ਸਾਨੂੰ ਅੱਤਵਾਦ ਨੇ ਨੁਕਸਾਨ ਪਹੁੰਚਾਇਆ, ਯੂਥ ਨੂੰ ਆਰਗੇਨਾਈਜ਼ ਕਰਨਾ ਚਾਹੀਦਾ। ਯੂਥ ਇਸ ਵੇਲੇ ਮਾਰਾ ਫਿਰ ਰਿਹਾ,
ਔਰ ਯੂਥ ਤੋਂ ਭਾਵ ਸਾਡਾ ਪੜ੍ਹਿਆ ਲਿਖਿਆ ਯੂਥ ਨਹੀਂ ਹੈ। ਅਸੀਂ ਅੱਗੇ ਇੱਕ ਕਨਸੈਪਟ ਪੜ੍ਹ ਲਿਆ ਵੀ ਸ਼ਾਇਦ ਪੜ੍ਹਿਆ ਲਿਖਿਆ ਯੂਥ ਹੈ ਇਕੱਲਾ। ਹੁਣ ਸਾਨੂੰ ਯੂਥ ਬਹੁਤ ਉਹ ਮਿਲਦਾ ਜਿਹੜਾ ਕਦੀ ਕਾਲਜ ਗਿਆ ਹੀ ਨਹੀਂ ਹੈ, ਪਰ ਯੂਥ ਉਹ ਵੀ ਹੈ, ਰੋਟੀ ਉਹਨੂੰ ਵੀ ਚਾਹੀਦੀ ਹੈ। ਦੂਜਾ ਸਾਡਾ ਐਮਫੈਸਾਈਜ਼ ਜਿਹੜਾ ਹੈਗਾ ਉਹ ਯੂਥ 'ਤੇ ਲੱਗਣਾ ਚਾਹੀਦਾ। ਤੀਸਰਾ ਜਿਹੜਾ ਜ਼ੋਰ ਆ, ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਲੱਖ ਲੜਾਈਆਂ ਲੜੋ, ਵਿਚਾਰਾਂ ਦੀ ਤੇ ਰਾਜਸੀ ਲੜਾਈ ਤੁਹਾਨੂੰ ਹਰ ਪਿੰਡ ਦੇ ਵਿਹੜੇ 'ਚ, ਹਰ ਚੌਕ 'ਚ ਲੜਨੀ ਚਾਹੀਦੀ ਹੈ। ਉਦਾਹਰਨ ਦੇ ਤੌਰ 'ਤੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ RSS ਵਾਲੇ ਚੌਂਕਾਂ 'ਚ ਖੜ੍ਹ ਕੇ ਵੇਚਦੇ ਆ ਜਦੋਂ ਲਾਲ ਬੱਤੀ ਹੁੰਦੀ ਆ। ਉਸ ਜਗ੍ਹਾ 'ਤੇ ਖੜ੍ਹ ਕੇ ਜੇ ਅਸੀਂ ਭਗਤ ਸਿੰਘ ਦੀਆਂ ਕਿਤਾਬਾਂ ਉਦੋਂ ਅੱਧੀਆਂ ਵੀ ਵੇਚ ਦਈਏ ਲੋਕਾਂ ਕੋਲ ਚਲ ਜਾਣ, ਤੇ ਲੋਕਾਂ ਕੋਲ ਵਿਚਾਰਧਾਰਾ ਦਾ ਪ੍ਰਸਾਰ ਹੋ ਸਕਦਾ। ਜੇ ਅਸੀਂ ਪਿੰਡ ਦੇ ਵਿਹੜਿਆਂ 'ਚ ਜਾ ਕੇ ਲੋਕਾਂ ਨੂੰ ਦੱਸ ਦਈਏ ਵੀ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਆਹ ਮਨੋਵਾਦੀ ਢਾਂਚਾ ਤੁਹਾਡੇ ਲਈ ਜਾਣਾ ਚਾਹੁੰਦੀ ਹੈ ਜਿਹਨੇ ਸਾਨੂੰ ਤਬਾਹ ਕੀਤਾ ਆ, ਤੇ ਮੈਂ ਨਹੀਂ ਸਮਝਦਾ ਕਿ ਪਿੰਡਾਂ ਦੇ ਦਿਹਾਤੀ ਮਜ਼ਦੂਰ ਇਹ ਕਹਿਣ ਵੀ ਸਾਡੀ ਦਿਹਾੜੀ ਦੀ ਗੱਲ ਕਰੋ, ਪਹਿਲਾਂ ਸਾਨੂੰ ਸੁਣਨ ਦੀ ਲੋੜ ਨਹੀਂ, ਉਹ ਇਹ ਵੀ ਸੁਣਨਗੇ। ਮੇਰਾ ਭਾਵ ਕਹਿਣ ਤੋਂ ਵੀ ਬੇਜ਼ਮੀਨੇ ਲੋਕਾਂ ਨੂੰ, ਯੂਥ ਨੂੰ, ਤੇ ਤੀਜਾ ਜਿਹੜਾ ਵਿਚਾਰਧਾਰਾ ਦੇ ਖੇਤਰ 'ਚ ਅਸੀਂ ਬਹੁਤ ਪਿੱਛੇ ਰਹੇ ਹਾਂ, ਉਹਨੂੰ ਲਿਖ ਕੇ ਪਰਚੀਆਂ ਰਾਹੀਂ, ਭਾਸ਼ਣ ਰਾਹੀਂ, ਸਕੂਲਾਂ ਰਾਹੀਂ ਜਿੱਦਾਂ ਵੀ ਦੇ ਸਕਦੇ ਹਾਂ ਉੱਦਾਂ ਦੇਣਾ ਚਾਹੀਦਾ। ਇੱਕ ਇਹਦੇ ਵਿੱਚ ਹੋਰ ਮੈਂ ਜ਼ਰੂਰ ਕਹਿਣਾ ਚਾਹੁੰਦਾ, ਔਰਤਾਂ ਬਹੁਤ ਹੀ ਇਗਨੋਰਡ ਆ। ਇਹਦੇ ਬਾਕੀ ਜਥੇਬੰਦੀਆਂ ਵਿੱਚ ਵੀ ਔਰਤਾਂ ਨੂੰ ਨਾ ਅਸੀਂ ਸਿਰਫ ਇੱਕ ਟੂਲ ਦੇ ਤੌਰ ਤੇ ਇਸਤੇਮਾਲ ਕਰਦੇ ਵੀ ਸਾਡੇ ਇਕੱਠ 'ਚ ਆ ਜਾਣ, ਉਹ ਜੀ ਇਕੱਠ ਵੱਡਾ ਦਿਖਾਵਾ, ਲੇਕਿਨ ਉਹਨਾਂ ਨੂੰ ਕਦੀ ਅਸੀਂ ਆਗੂ ਰੋਲ ਦਈਏ, ਚੇਤਨ ਕਰੀਏ, ਉਹ ਸਾਡਾ ਕੰਮ ਨਹੀਂ ਹੈ। ਮੈਂ ਸਮਝਦਾ ਕਿ ਜਿਹੜਾ ਇਸ ਅੰਦੋਲਨ ਸਾਨੂੰ ਸਬਕ ਦਿੱਤਾ ਆ, ਔਰ ਔਰਤਾਂ ਵਿੱਚ ਵੀ ਜਾਗਰਤੀ ਪਹਿਲਾਂ ਨੂੰ ਪੈਦਾ ਹੋਈ ਹੈ, ਉਹਨੂੰ ਅਸੀਂ ਨਾਲ ਲੈ ਕੇ ਤੁਰ ਪਈਏ। ਇਹ 5 ਸਾਲ ਸਾਡਾ ਇਹ ਮਟੀਰੀਅਲ ਇਕੱਠਾ ਕਰਨ ਦੀ ਲੋੜ ਆ। ਲੋਕਾਂ ਦੀਆਂ ਮੰਗਾਂ ਲਈ ਲੜੀਏ। ਆਹ ਇਸ਼ੂ ਲੋਕਾਂ ਦੇ ਲੈ ਕੇ ਇਸ਼ੂ ਲੜਨੇ ਸ਼ੁਰੂ ਹੋ ਗਿਆ ਕੰਮ ਪੰਜਾਬ 'ਚ। ਜਿਹੜਾ ਭਗਵੰਤ ਮਾਨ ਇਹ ਕਹਿੰਦਾ ਸੀ ਵੀ ਮੈਂ ਤੁਹਾਨੂੰ ਅੰਦੋਲਨ ਨਹੀਂ ਕਰਨ ਜੋਗੇ ਰਹਿਣ ਦੇਣਾ, ਅੰਦੋਲਨ ਦੀ ਲੋੜ ਹੀ ਨਹੀਂ ਤੁਹਾਨੂੰ ਪੈਣੀ, ਹੁਣ ਰੋਜ਼ ਡਾਂਗਾ ਖਾ ਕੇ ਆ ਰਿਹਾ ਲੜਕੀਆਂ ਲੜਕੇ ਵੀ ਸਾਨੂੰ ਤੂੰ ਕਿਹਾ ਸੀ ਨੌਕਰੀ ਦੇਊਂਗਾ, ਹੁਣ ਤੂੰ ਸਾਨੂੰ ਨੌਕਰੀ ਦਿੰਦਾ ਕੋਈ ਨਹੀਂ ਹੈ, ਤੂੰ ਰਿਟਾਇਰੀਆਂ ਨੂੰ ਕੰਮ 'ਤੇ ਲਾਤਾ, ਸਾਨੂੰ ਕੰਮ 'ਤੇ ਕਿਉਂ ਨਹੀਂ ਲਾਇਆ? ਇਸ ਲਈ ਹੁਣ ਜਿਹੜਾ ਨਾ ਉਹ ਲੋਕ 5 ਸਾਲ ਨਹੀਂ ਡਿੱਕਣਗੇ। ਜਿਹੜਾ ਅੱਗੇ ਇੱਕ ਸਟਾਈਲ ਹੁੰਦਾ ਸੀ ਕਿ ਜੀ 5 ਸਾਲ ਵੋਟਾਂ 'ਚ ਦੇਖਾਂਗੇ, ਵੋਟਾਂ ਨਹੀਂ ਇਕੱਲਾ ਰਾਜਨੀਤੀ ਵੋਟਾਂ ਤੋਂ ਬਿਨਾਂ ਵੀ ਆ। ਉਹ ਰਾਜਨੀਤੀ 5 ਸਾਲ ਉਹ ਚੱਲਣੀ ਆ ਜਿਹੜੀ ਵੋਟਾਂ ਤੋਂ ਬਿਨਾਂ ਵਾਲੀ ਰਾਜਨੀਤੀ ਆ। ਤੇ ਜੇ 5 ਸਾਲ ਯਾਨੀ ਕਿ ਵਿਧਾਨ ਸਭਾ ਤੋਂ ਬਾਹਰ ਸੜਕਾਂ ਵਾਲੀ ਰਾਜਨੀਤੀ, ਇਹ ਸੜਕਾਂ ਦੀ ਲੜਾਈ ਨੇ ਵਿਧਾਨ ਸਭਾ ਦੀ ਲੜਾਈ ਤੈਅ ਕਰਨੀ ਹੈ। ਮੈਂ ਸਮਝਦਾ ਕਿ ਮੈਂ ਆਸ਼ਾਵਾਦੀ ਨਹੀਂ ਇਕੱਲਾ, ਮੈਨੂੰ ਪੂਰਾ ਭਰੋਸਾ ਇਸ ਗੱਲ ਦਾ ਆ। ਇਤਿਹਾਸ 2 ਦਿਨਾਂ 'ਚ ਨਹੀਂ ਬਣਦਾ, ਨਾ 2-4 ਸਾਲਾਂ 'ਚ ਬਣਦਾ। ਅਸੀਂ 5 ਸਾਲ ਦੇ ਵੀ ਮਿਹਨਤ ਕਰਕੇ ਇੱਕ ਚੰਗਾ ਇਤਿਹਾਸ ਸਿਰਜਣ ਵੱਲ ਨੂੰ ਵੱਧ ਸਕਦੇ ਹਾਂ। ਉਹਦੇ ਤੋਂ ਬਾਅਦ ਫਿਰ ਜਿਹੜੀ ਬਿਲਡਿੰਗ ਤਿਆਰ ਹੋਏਗੀ ਉਹ ਲਾਜ਼ਮੀ ਖੂਬਸੂਰਤ ਹੋਏਗੀ। ਇਹ ਮੇਰਾ ਆਪਣਾ ਇੱਛਾ ਹੈ। ਔਰ ਅੱਜ ਤੋਂ ਮੈਂ ਸਿਰਫ ਇੱਕ ਗੱਲ ਕਹਿ ਕੇ ਆਪਣੀ ਮੁਕਾਉਣਾ ਚਾਹੁੰਦਾ, ਕੋਈ 4 ਸਾਲ ਪਹਿਲਾਂ ਕੌਣ ਕਹਿੰਦਾ ਸੀ ਮੋਦੀ ਦਾ ਟੱਕਰਾ ਕਰ ਸਕਦਾ ਕੋਈ? ਨੰਬਰ 2 ਕਿਸਾਨ ਜੀ, ਕਿਸਾਨ ਤਾਂ ਆਪਣੇ ਆਪੇ ਘਰੇ ਬੈਠਾ, ਇਹਨੂੰ ਕੋਲ ਇਕੱਠੇ ਕਰ ਸਕਦਾ। ਹਰਿਆਣੇ ਵਾਲੇ ਸਾਡੇ ਗੱਲ ਕਿਤੇ ਸੁਣਦੇ ਜੀ ਬਹਿ ਕੇ, ਲੇਕਿਨ ਇਸ ਮੋਰਚੇ ਸਿੱਧ ਕਰਤਾ ਵੀ ਸਾਡੀਆਂ ਸਾਰੀਆਂ ਗੱਲਾਂ ਗਲਤ ਸੀ। ਲੋਕੀ ਬਹੁਤ ਕੁਝ ਕਰਨ ਜੋਗੇ ਆ। ਇਹ ਖਲਕ ਵਿੱਚ ਬਹੁਤ ਵੱਡੀ ਸ਼ਕਤੀ ਹੈ। ਤੋ ਇਸ ਅੰਦੋਲਨ ਦੀ ਸ਼ਕਤੀ ਤੋਂ ਬਾਅਦ ਊਰਜਾ ਲੈ ਕੇ ਮੈਂ ਸਮਝਦਾ ਕਿ ਅਸੀਂ ਸੱਚੀ ਮੁੱਚੀ ਅੱਗੇ ਵੱਧ ਸਕਦੇ ਹਾਂ। ਮੈਂ ਇਕੱਲਾ ਕਮਿਊਨਿਸਟਾਂ ਨੂੰ ਨਹੀਂ ਕਹਿ ਰਿਹਾ, ਇਸ ਅੰਦੋਲਨ 'ਚ ਅਮਰਧਾਰੀ ਲੋਕ, ਰਵਿਦਾਸ ਜੀ ਨੂੰ ਮੰਨਣ ਵਾਲੇ ਲੋਕੀ, ਹਿੰਦੂ ਧਰਮ ਦੇ ਵਿਚਾਰਾਂ ਦੇ ਲੋਕੀ, ਹਰ ਕਿਸਮ ਦੇ ਲੋਕ ਜਿਹੜੇ ਲੁੱਟ ਖਸੁੱਟ ਦੇ ਖਿਲਾਫ ਆ, ਕਿਰਤ ਦੀ ਰਾਖੀ ਕਰਨਾ ਚਾਹੁੰਦੇ ਆ, ਅਸੀਂ ਉਸ ਆਧਾਰ 'ਤੇ ਲੋਕਾਂ ਨੂੰ ਨਾਲ ਲੈਣਾ। ਅਸੀਂ ਧਰਮ ਦੇ ਆਧਾਰ 'ਤੇ ਨਾਲ ਨਹੀਂ ਲੈਣਾ। ਗਦਰ ਪਾਰਟੀ ਨੇ ਕਿਹਾ ਸੀ ਵੀ ਮੇਰੇ ਧਰਮ ਦੀ ਬਹਿਸ ਨਾ ਕਰਿਓ, ਆਜ਼ਾਦੀ ਦੀ ਗੱਲ ਕਰਿਓ। ਅਸੀਂ ਕਹੀਏ ਵੀ ਧਰਮ ਤੁਸੀਂ ਗੁਰਦੁਆਰੇ ਮੰਦਿਰ ਮਸੀਤੀ ਜਾਓ, ਸਾਨੂੰ ਇਤਰਾਜ਼ ਨਹੀਂ ਕੋਈ ਹੈ, ਲੇਕਿਨ ਆਓ ਇਕੱਠੇ ਹੋ ਕੇ ਲੜੀਏ ਬਹਿ ਕੇ। ਮੈਂ ਤਾਂ ਸਗੋਂ ਪਿੰਡਾਂ 'ਚ ਕਹਿਣਾ ਹੈ, ਜਿੰਨਾ ਚਿਰ ਸਾਡੇ ਲਹਿਰਾਂ ਦੀ ਅਗਵਾਈ ਅੰਮ੍ਰਿਤਧਾਰੀ ਲੋਕ ਨਹੀਂ ਕਰਦੇ, ਰਵਿਦਾਸ ਜੀ ਨੂੰ ਮੰਨਣ ਵਾਲੇ ਨਹੀਂ ਕਰਦੇ, ਹਿੰਦੂ ਵਿਚਾਰਾਂ ਦੇ ਲੋਕੀ ਜਿਹੜੇ ਧਰਮ ਨੂੰ ਮੰਨਦੇ ਆ ਉਹ ਨਹੀਂ ਕਰਦੇ, ਸਾਡੀ ਲਹਿਰ ਦਾ ਕਲਿਆਣ ਨਹੀਂ ਹੋਣਾ। ਇਕੱਲੇ ਕਮਿਊਨਿਸਟਾਂ ਨੇ ਅਗਵਾਈ ਕਰਕੇ ਕਲਿਆਣ ਨਹੀਂ ਕਰ ਲੈਣਾ। ਹਾਂ, ਅਸੀਂ ਇਹ 'ਚ ਲੜਨ ਮਰਨ ਵਾਲੀ ਸ਼ਕਤੀਆਂ, ਅਸੀਂ ਨਿਰਸਵਾਰਥ ਹੋ ਕੇ ਸੇਵਾ ਕਰਾਂਗੇ, ਲੇਕਿਨ ਜਿੰਨਾ ਚਿਰ ਇਹ ਸਾਰੇ ਲੋਕ ਨਹੀਂ ਜੁੜਦੇ ਅਸੀਂ ਉਹਨਾਂ ਚਿਰ। ਤੁਹਾਡਾ ਕਹਿਣ ਦਾ ਭਾਵ ਹੈ ਕਿ ਸਾਂਝਾ ਮੰਚ ਪੰਜਾਬ ਦੇ ਲੋਕਾਂ ਨੂੰ ਉਸਾਰਨਾ ਪਏਗਾ ਔਰ ਉਹ ਮੰਚ ਇਹਨਾਂ ਸਾਂਝੇ ਮੁੱਦਿਆਂ ਤੇ ਆਧਾਰਿਤ, ਸਾਂਝੀ ਵਾਲਤਾ ਦਾ, ਡੈਮੋਕ੍ਰੇਸੀ ਦਾ, ਇਹ ਧਰਮ ਨਿਰਪੱਖਤਾ ਦਾ ਮੁੱਦਾ। ਇਹ ਨਹੀਂ ਵੀ ਫਲਾਣੇ ਦਾ ਜਾ ਕੇ ਮੰਦਰ ਢਾਇਆ ਜਾ ਕੇ ਫਲਾਣੇ ਦੀ ਮਸਜਿਦ ਢਾਇਆ ਹੋਣੀ ਹੈ। ਇਸ ਗੱਲ ਤੇ ਏਕਤਾ ਨਹੀਂ ਹੋਣੀ। ਜੇ ਇਹ ਕਹਿ ਕੇ ਜੀ ਵੀ ਹਿੰਦੂ ਸਿੱਖਾਂ ਦਾ ਬਹੁਤ ਵੱਡੀ ਲੜਾਈ ਹੈ, ਅਸੀਂ ਤਾਂ ਮੁਸਲਮਾਨਾਂ ਨੂੰ ਦੇਸ਼ 'ਚੋਂ ਕੱਢਣਾ ਹੈ, ਇਹ ਨਹੀਂ ਹੈ। ਮੁੱਦਿਆਂ ਤੇ ਉਹ ਰਹਿਣਗੇ, ਲੇਕਿਨ ਸਾਂਝੀ ਵਾਲਤਾ ਜਿਹੜੀ ਹੈ ਧਰਮ ਨਿਰਪੱਖਤਾ ਤੇ ਜਮਹੂਰੀ, ਇਸ ਦਾ ਅਰਥ ਮੈਂ ਸਮਝਦਾ ਕਿ ਪੰਜਾਬ ਦਾ ਭਵਿੱਖ ਸ਼ਾਨਦਾਰ ਰਹੇ। ਫਸਲ ਸਾਹਿਬ, ਤੁਸੀਂ ਆਏ ਸਾਡੇ ਕੋਲ, ਬਹੁਤ ਕੰਮ ਦੀਆਂ ਗੱਲਾਂ ਦੱਸੀਆਂ, ਤੁਹਾਡਾ ਬਹੁਤ ਸ਼ੁਕਰੀਆ। ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਗੱਲਾਂ ਅਸੀਂ ਸਟੂਡੀਓ 'ਚ ਬਹਿ ਕੇ ਕਹਿ ਰਹੇ ਹਾਂ ਉਹ ਧਰਾਤਲ 'ਤੇ ਉਤਰਨ, ਲੋਕਾਂ 'ਚ ਜਾਣ। ਅਸੀਂ ਤੁਹਾਡੇ ਲਈ, ਤੁਹਾਡੇ ਵਰਗੇ ਹੋਰ ਸਾਥੀਆਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।
ਤੇ ਅਸੀਂ 24 ਘੰਟੇ ਸਾਡੀ ਨਜ਼ਰ ਉੱਥੇ ਹੁੰਦੀ ਆ। ਅਸੀਂ ਚਾਹੁੰਦੇ ਆ ਕਿ ਸਾਡਾ ਸੂਬਾ, ਸਾਡਾ ਸਾਰਾ ਮੁਲਕ ਹੀ ਖੁਸ਼ਹਾਲ ਹੋਵੇ ਤੇ ਦੁਨੀਆ 'ਚ ਉਹਦਾ ਨਾਂ ਹੋਵੇ। ਸਾਡੀ ਇਹ ਸਭ ਦੀ ਦਿਲੀ ਤਮੰਨਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ, ਤੁਹਾਡੇ ਵਰਗੇ ਲੋਕ ਅੱਗੇ ਵੱਧ ਕੇ ਹੋਰ ਚੰਗੇ ਤਰੀਕੇ ਨਾਲ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਦੂਰ ਕਰਕੇ ਤੇ ਆਪਣੇ ਲੋਕਾਂ ਲਈ ਇੱਕ ਬਿਹਤਰ ਭਵਿੱਖ ਜਿਹੜਾ ਉਹਨੂੰ ਸਾਰ ਸਕੋ। ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਮਿਹਰਬਾਨੀ। ਕਦੇ ਹਰਾ ਇਨਕਲਾਬ, ਕਦੇ ਚਿੱਟਾ ਇਨਕਲਾਬ।